ਓਂਕਾਰ ਸਤਿਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਗਮ ਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੋਲਾਇਆ ਤੇਰਾ ਨਾਨਕ ਬੋਲੇ ਬੋਲਾਇਆ ਤੇਰਾ ਵਾਹਿਗੁਰੂ ਸਾਹਿਬ ਜੀ ਤਤੈ ਤਾਰੂ ਭਵ ਜਲ ਹੋਵਾ ਤਾਕਾ ਅੰਤ ਨ ਪਾਇਆ ਨਾ ਤਰ ਨਾ ਤੁਲਹਾ ਹਮ ਬੂਢਸ ਤਾਰ ਲੈ ਤਾਰਨ ਰਾਇਆ ਤਤੈ ਤਾਰੂ ਭਵ ਜਲ ਹੋਵਾ ਤਾਕਾ ਅੰਤ ਨ ਪਾਇਆ ਨਾ ਤਰ ਨਾ ਤੁਲਹਾ ਹਮ ਬੂਢਸ ਤਾਰ ਲੈ ਤਾਰਨ ਰਾਇਆ ਥਥੈ ਥਾਨ ਥਨੰਤਰ ਸੋਈ ਜਾ ਕਾ ਕੀਆ ਸਭ ਹੋਵਾ ਕਿਆ ਭਰਮ ਕਿਆ ਮਾਇਆ ਕਹੀਏ ਜੋ ਤਿਸ ਭਾਵੇ ਸੋਈ ਭਲਾ ਤਥੈ ਥਾਨ ਥਨੰਤਰ ਸੋਈ ਜਾ ਕਾ ਕੀਆ ਸਭ ਹੋਵਾ ਕਿਆ ਭਰਮ ਕਿਆ ਮਾਇਆ ਕਹੀਏ ਜੋ ਤਿਸ ਭਾਵੇ ਸੋਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਮਾਣੇ ਤੇ ਮਾਣ ਨਿਤਾਣੇ ਦੇ ਤਾਣੀ ਉੱਠਿਆਂ ਦੀ ਓਟ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਰਮਤ ਭਰੀ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋਂ ਵਡਭਾਗੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪਾਂ ਸਭਨਾਂ ਨੂੰ ਸ਼ੁਭ ਪ੍ਰੇਰਣਾ ਉਦਮ ਬਖਸ਼ਿਆ ਹੈ। ਗੁਰਦਰਬਾਰ ਵਿੱਚ ਪਹੁੰਚ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ਾਂ ਦਾ ਆਨੰਦ ਮਾਣ ਰਹੇ ਹਾਂ। ਸਤਿਗੁਰੂ ਜੀ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਹੈ। ਆਓ ਸਤ ਸੰਗਤ ਜੀ, ਆਪ ਜੀ ਰੋਜ਼ ਪਿਆਰ ਭਾਵਨਾ ਅਦਬ ਨਾਲ ਜੁੜ ਕੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਗੁਰਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਹੋ।
ਸਤਿਗੁਰੂ ਜੀ ਦੀ ਰਹਿਮਤ ਸਦਕਾ ਪਾਵਨ ਅੰਮ੍ਰਿਤਮਈ ਬਾਣੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰੱਬੀ ਬਖਸ਼ਿਸ਼ ਪੱਟੀ ਲਿਖੀ। ਪੱਟੀ ਦੇ ਅਰਥ ਫੱਟੀ ਤਖਤੀ ਜਿਸ ਨੂੰ ਕਹਿ ਦਿੰਦੇ ਆ, ਅੱਜ ਦੀ ਭਾਸ਼ਾ ਵਿੱਚ ਬੋਰਡ ਕਹਿੰਦੇ ਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 7 ਸਾਲ ਦੀ ਉਮਰੇ ਜਿਹੜਾ ਅਧਿਆਤਮਿਕ ਗਿਆਨ ਕੱਲਾ ਗੋਪਾਲ ਪਾਂਧੇ ਨੂੰ ਨਹੀਂ, ਰਹਿੰਦੀ ਦੁਨੀਆ ਤੱਕ ਜਦੋਂ ਵੀ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹੇਗਾ, ਵਿਚਾਰੇਗਾ, ਇਹ ਬਖਸ਼ਿਸ਼ ਉਹਦੇ ਲਈ ਮਾਰਗਦਰਸ਼ਕ ਬਣ ਕੇ ਉਹਦੇ ਜੀਵਨ ਦੇ ਵਿੱਚ ਭਟਕਣਾਵਾਂ ਨੂੰ ਦੂਰ ਕਰਕੇ ਜੀਵਨ ਨੂੰ ਸਹੀ ਮਾਰਗ ਦਾ ਪਾਂਧੀ ਬਣਾਉਣ ਦੇ ਵਿੱਚ ਸਹਾਇਕ ਹੋਵੇਗੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਬਾਣੀ ਗੋਪਾਲ ਪਾਂਧੇ ਨੂੰ ਸੰਬੋਧਨ ਕਰਕੇ ਉਚਾਰਨ ਕਰਦੇ ਨੇ। ਪਰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੇ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਸਤਿਗੁਰੂ ਦੀ ਬਾਣੀ ਸਰਬ ਸਾਂਝੀ ਹੈ, ਸਾਰਿਆਂ ਦੇ ਲਈ ਉਪਦੇਸ਼ ਹੈ। ਹੁਣ ਜੇ ਸਿੱਧੀ ਜੀ ਭਾਸ਼ਾ ਵਿੱਚ ਆਪਾਂ ਵਿਚਾਰਨ ਦਾ ਯਤਨ ਵੀ ਕਰੀਏ, ਗੋਪਾਲ ਕੋਈ ਸਿੱਖ ਨਹੀਂ ਹੈ, ਪਾਂਧਾ ਹੈ, ਟੀਚਰ ਹੈ। ਉਹਦਾ ਤਾਂ ਸਿੱਖੀ ਦੇ ਨਾਲ ਖਲੇ ਨੇੜੇ ਤੇੜੇ ਦਾ ਵੀ ਸੰਬੰਧ ਨਹੀਂ ਹੈ। ਪਰ ਹਰ ਇੱਕ ਮਨੁੱਖ ਮਾਤਰ ਨੂੰ ਇਹ ਗਿਆਨ ਹੋਣਾ ਅਤ ਜ਼ਰੂਰੀ ਹੈ ਕਿ ਭਾਈ ਰੱਬ ਪਰਮਾਤਮਾ ਕੱਲਾ ਕਿਸ ਵਿਸ਼ੇਸ਼ ਥਾਂ ਤੇ ਨਹੀਂ, ਉਹ ਹਰ ਇੱਕ ਦੇ ਅੰਦਰ ਹੈ। ਤੇ ਜਿਸ ਦਿਨ ਇਹ ਸਮਝ ਪੈ ਜਾਵੇ ਕਿ ਸਮਝ ਲੈਣਾ ਆਪਾਂ ਰੱਬ ਤੱਕ ਪਹੁੰਚ ਗਏ। ਇਹੀ ਹੈ ਰੱਬ ਤੱਕ ਪਹੁੰਚਣਾ। ਮਤਾਂ ਕੋਈ ਸੋਚ ਲਵੇ ਮਰ ਕੇ ਬਾਅਦ ਰੱਬ ਦੇ ਘਰੇ ਜਾਣਾ, ਨਹੀਂ, ਆਪਾਂ ਤੇ ਰੱਬ ਦੇ ਘਰੇ ਬੈਠੇ ਆ। ਸਾਡੀ ਮਤ ਕਰਕੇ ਜਾਂ ਸਾਡੀ ਮੈਂ ਕਰਕੇ ਨਾ ਉਹ ਮਿਲਾਪ ਨਹੀਂ ਹੋ ਪਾ ਰਿਹਾ ਹੈ। ਜਾਂ ਏਦਾਂ ਕਹਿ ਦਵਾਂ, ਘਰ ਹੁੰਦਿਆਂ ਰਤਨ ਪਦਾਰਥ ਭੁੱਖੇ, ਘਰ ਦੇ ਵਿੱਚ ਸਭ ਕੁਝ ਪਿਆ ਹੈ, ਇਨਸਾਨ ਫਿਰ ਵੀ ਭੁੱਖਾ ਬੈਠੇ। ਪੁੱਛੀਏ ਕਿਉਂ? ਕਹਿੰਦੇ ਮੈਂ ਰਹਿੰਦਾ ਤੇ ਘਰ ਦੇ ਵਿੱਚ ਹਾਂ, ਪਰ ਮੈਨੂੰ ਨਹੀਂ ਪਤਾ ਕਿਹੜੀ ਚੀਜ਼ ਕਿੱਥੇ ਪਈ ਹੈ। ਘਰ ਦੇ ਵਿੱਚ ਬੈਠਿਆ, ਘਰ ਦੇ ਵਿੱਚ ਸਭ ਕੁਝ ਹੈ, ਫਿਰ ਵੀ ਭੁੱਖਾ ਹੈ। ਤੇ ਜੇ ਉਹ ਆਖੇ ਨਾ ਕਿ ਜੀ ਮੈਨੂੰ ਕੁਝ ਨਹੀਂ ਪਤਾ, ਫਿਰ ਯਤਨ ਕਰਨਾ ਚਾਹੀਦਾ ਕਿ ਉਹ ਲੱਭੇ। ਜਿਸ ਨੂੰ ਭੁੱਖ ਹੋਵੇ ਨਾ ਜੀ, ਉਹ ਲੱਭ ਲੈਂਦਾ ਹੈ। ਜਿਸ ਨੂੰ ਪਿਆਸ ਹੋਵੇ ਉਹ ਪਾਣੀ ਵੀ ਲੱਭ ਲੈਂਦਾ ਹੈ। ਜਿਸ ਨੂੰ ਭੁੱਖ ਹੋਵੇ ਉਹ ਪ੍ਰਸ਼ਾਦਾ ਕਿਤੋਂ ਨਾ ਕਿਤੋਂ ਲੱਭ ਲੈਂਦਾ ਹੈ। ਅਸਲ ਦੇ ਵਿੱਚ ਗੱਲ ਹੀ ਇਹ ਹੈ, ਸੰਗਤ ਵਿੱਚ ਅਸੀਂ ਇਸ ਕਰਕੇ ਆਉਂਦੇ ਹਾਂ, ਸਾਡੇ ਅੰਦਰ ਭੁੱਖ ਪੈਦਾ ਹੋਵੇ। ਜਿਸ ਦਿਨ ਭੁੱਖ ਪੈਦਾ ਹੋਵੇਗੀ, ਭੁੱਖਾ ਬੰਦਾ ਦੌੜਦਾ ਹੈ, ਭੱਜਦਾ ਹੈ, ਫਿਰ ਭੋਜਨ ਦੀ ਖੋਜ ਕਰ ਲੈਂਦਾ ਹੈ। ਪਰਮਾਤਮਾ ਦੇ ਨਾਮ ਦੀ ਭੁੱਖ ਜਿਹੜੀ ਹੈ ਨਾ, ਸੰਸਾਰ ਦੀ ਭੁੱਖ ਲਈ ਸ਼ਾਇਦ ਤੁਹਾਨੂੰ ਦੁੱਖ ਭੋਗਣਾ ਪਵੇ, ਪਰੇਸ਼ਾਨੀ ਵਿੱਚ ਪੈਣਾ ਪਵੇ, ਪਰ ਪਰਮਾਤਮਾ ਦੇ ਨਾਮ ਦੀ ਭੁੱਖ ਇਹੋ ਜਿਹੀ। ਸਤਿਗੁਰੂ ਕਹਿੰਦੇ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਦੁੱਖ। ਇਸ ਭੁੱਖ ਦੇ ਨਾਲ ਕਹਿੰਦੇ ਤੇਰੇ ਦੁੱਖ ਕੱਟੇ ਜਾਣਗੇ। ਸੰਸਾਰ ਦੀ ਭੁੱਖ ਤੇਰੇ ਲਈ ਦੁੱਖ ਹੋਵੇਗੀ, ਨਿਰੰਕਾਰ ਦੇ ਨਾਮ ਦੀ ਭੁੱਖ ਤੇਰੇ ਲਈ ਸੁੱਖ ਹੈ। ਸਤਿਗੁਰੂ ਪਾਤਸ਼ਾਹ ਜੀ ਆਓ ਅੱਜ ਦੇ ਇਹਨਾਂ ਪਾਵਨ ਪਵਿੱਤਰ ਅੱਖਰਾਂ ਦੇ ਰਾਹੀਂ ਕੀ ਸਮਝਾ ਰਹੇ ਨੇ। ਅਸਲ ਦੇ ਵਿੱਚ ਇਹ ਵਰਣਮਾਲਾ ਦੇ ਅਕਸ਼ਰ ਨੇ, ਜਿਨ੍ਹਾਂ ਨੂੰ ਆਪਾਂ ਨਿਤ ਦੀ ਭਾਸ਼ਾ ਦੇ ਵਿੱਚ ਬੋਲਦੇ ਹਾਂ। ਉਹਨਾਂ ਅੱਖਰਾਂ ਦੇ ਰਾਹੀਂ ਪਾਂਧੇ ਨੂੰ ਸੱਚ ਦਾ ਉਪਦੇਸ਼ ਦੇ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਇਹ ਪਾਵਨ ਪਵਿੱਤਰ ਬਚਨ ਆਸਾ ਰਾਗ ਵਿੱਚ ਪੱਟੀ ਲਿਖੀ ਦੇ ਸਿਰਲੇਖ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 433 ਦੇ ਉੱਤੇ ਸੁਭਾਏਮਾਨ ਨੇ। ਆਓ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸ਼ਰੀਰ ਪਾਤਸ਼ਾਹ ਜੀ ਦੇ ਹਜ਼ੂਰ ਜੁੜ ਮਿਲ ਬੈਠੇ ਹੋ, ਘਰਾਂ ਵਿੱਚ ਵਿਦੇਸ਼ਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਸਤਿਗੁਰੂ ਸਭਨਾਂ ਦੀ ਹਾਜ਼ਰੀ ਦਰ ਪ੍ਰਮਾਣ ਕਰਨ, ਆਪਣੇ ਦਰ ਦੀਆਂ ਬਖਸ਼ਿਸ਼ਾਂ ਕਰਕੇ ਨਿਵਾਜਣ। ਆਓ ਜਪਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ, ਤੱਤੈ ਤਾਰੂ ਭਵਜਲ ਹੋਵਾ। ਤੱਤਾ ਅੱਖਰ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ। ਤਾਰੂ ਦੇ ਅਰਥ ਸਤ ਸੰਗਤ ਬੇੜੀ ਵੀ ਕਹਿ ਸਕਦੇ ਹਾਂ, ਜਹਾਜ਼ ਵੀ ਕਹਿ ਸਕਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਜਦ ਜਹਾਜ਼ ਹੋਂਦ ਵਿੱਚ ਨਹੀਂ ਆਏ ਸੀ, ਕੁਝ ਲੱਕੜਾਂ ਨੂੰ ਕੱਟ ਕੇ ਤੇ ਉਹਨਾਂ ਨੂੰ ਵੀ ਪਾਣੀ ਉੱਤੇ ਸੁੱਟ ਕੇ ਤੇ ਉਹਨਾਂ ਦਾ ਬਣਾ ਕੇ ਨਾ, ਇੱਕ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਚਾਦਰ ਵਿਛਾ ਲੈਂਦੇ ਆ, ਇਸ ਟਾਈਪ ਦਾ ਬਣਾ ਕੇ ਉਹ ਪਾਣੀ ਦੇ ਉੱਤੋਂ ਦੀ ਲੰਘ ਜਾਇਆ ਕਰਦੇ ਸਨ। ਉਹ ਸੁਭਾਅ ਹੈ ਪਾਣੀ ਦਾ ਕਿ ਉਹ ਲੱਕੜ ਨੂੰ ਨਹੀਂ ਡੋਬਦਾ। ਪੁੱਛੀਏ ਕਿਉਂ ਨਹੀਂ ਡੋਬਦਾ? ਧਿਆਨ ਦੇਣਾ, ਜਿਸ ਨੇ ਪਾਲਿਆ ਹੋਵੇ ਉਹ ਡੋਬਦਾ ਕਦੇ ਨਹੀਂ ਹੈ। ਜਿਸ ਨੇ ਪਾਲਿਆ ਹੋਵੇ ਉਹ ਡੋਬਦਾ ਕਦੇ ਨਹੀਂ ਹੈ। ਇਹ ਗੱਲ ਜੇ ਪਾਣੀ ਨੂੰ ਪਤਾ ਹੈ ਨਾ, ਇਹ ਗੱਲ ਸਾਨੂੰ ਵੀ ਪਤਾ ਹੋਣੀ ਚਾਹੀਦੀ ਹੈ ਕਿ ਪ੍ਰਮਾਤਮਾ ਨੇ ਸਾਨੂੰ ਪਾਲਿਆ ਹੈ, ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ, ਉਹ ਸਾਨੂੰ ਡੋਬੇਗਾ ਨਹੀਂ, ਬਸ਼ਰਤੇ ਅਸੀਂ ਡੁੱਬਣ ਦੇ ਕੰਮ ਨਾ ਕਰੀਏ। ਇਹ ਤਾਂ ਥੋੜਾ ਜਿਹਾ ਵਿੱਚ ਅਰਥ ਕਰ ਦਿੱਤੇ। ਪਾਣੀ ਨੂੰ ਪੁੱਛੀ ਤੇ ਉਹ ਕਹਿੰਦੇ, ਪਾਣੀ ਕਾਠ ਨਾ ਡੋਬਈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ। ਉਹਨੇ ਜਿਹੜਾ ਪਾਲਿਆ ਹੈ ਨਾ ਲੱਕੜ ਨੂੰ, ਦਰਖਤ ਨੂੰ, ਉਹ ਕਹਿੰਦਾ ਮੈਨੂੰ ਵੀ ਤੇ ਫਿਰ ਇਹਦੀ ਲਾਜ ਰੱਖਣੀ ਪੈਣੀ ਹੈ ਨਾ। ਮੈਨੂੰ ਪਾਲਿਆ ਹੈ, ਮੈਨੂੰ ਸਿੰਜਿਆ ਹੈ, ਤੇ ਮੈਂ ਇਹਨੂੰ ਕਿਵੇਂ ਡੋਬ ਦੇਵਾਂ? ਤੇ ਇੱਕ ਲੱਕੜ ਇਹੋ ਜਿਹੀ ਵੀ ਹੈ ਜਿਸ ਨੂੰ ਪਾਣੀ ਡੋਬ ਵੀ ਦਿੰਦਾ ਹੈ। ਉਹ ਲੱਕੜ ਹੈ ਚੰਦਨ। ਚੰਦਨ ਦਾ ਮੁੱਲ ਮਾਰਕੀਟ ਵਿੱਚ, ਬਾਜ਼ਾਰ ਵਿੱਚ ਪੈਂਦਾ ਹੀ ਤਾਂ ਹੈ। ਚੈੱਕ ਕਰਨ ਵਾਲੇ ਉਹਨੂੰ ਪਾਣੀ ਵਿੱਚ ਸੁੱਟ ਕੇ ਵੇਖਦੇ ਨੇ, ਜੇ ਤੇ ਅਸਲੀ ਚੰਦਨ ਹੁੰਦਾ ਉਹ ਡੁੱਬ ਜਾਂਦਾ ਹੈ, ਨਕਲੀ ਉੱਤੇ ਤਿਰ ਜਾਂਦਾ ਹੈ। ਪਾਣੀ ਨੂੰ ਪੁੱਛੀਏ ਅੱਜ ਕਿਉਂ ਡੋਬਿਆ? ਕਹਿੰਦੇ ਅਸਲ ਵਿੱਚ ਡੋਬਿਆ ਨਹੀਂ, ਮੈਂ ਤੈਨੂੰ ਤਾਰਿਆ। ਜੇ ਅੱਜ ਇਹ ਨਾ ਡੁੱਬਦਾ, ਇਹਦਾ ਮੁੱਲ ਨਹੀਂ ਪੈਣਾ ਸੀ, ਇਹਨੂੰ ਬਾਹਰ ਸੁੱਟ ਦੇਣਾ ਸੀਗਾ। ਪਾਣੀ ਉੱਥੇ ਕਹਿੰਦਾ ਮੈਂ ਅੱਜ ਭਾਵੇਂ ਆਪਣੀ ਬੇਇੱਜ਼ਤੀ ਕਰਵਾ ਰਿਹਾ ਹਾਂ, ਅੱਜ ਮੇਰੇ ਉੱਤੇ ਲੋਕੀ ਉਂਗਲਾਂ ਚੁੱਕਣਗੇ। ਕੀ ਚੁੱਕਣਗੇ? ਕਿ ਜੀ ਹਮੇਸ਼ਾ ਤਾਰਨ ਵਾਲਾ ਅੱਜ ਡੋਬ ਕਿਉਂ ਰਿਹਾ ਹੈ? ਪਰ ਦੁਨੀਆ ਨੂੰ ਨਹੀਂ ਪਤਾ, ਜਦੋਂ ਤੱਕ ਡੁੱਬੇਗਾ ਨਹੀਂ ਉਦੋਂ ਤੱਕ ਚੰਦਨ ਦਾ ਮੁੱਲ ਨਹੀਂ ਪੈਣਾ, ਉਦੋਂ ਤੱਕ ਨਹੀਂ ਪੈਣਾ। ਤੁਹਾਡੇ ਘਰ ਦੇ ਬਾਹਰ ਵੀ ਆਮ ਜੀ ਲੱਕੜ ਪਈ ਹੁੰਦੀ ਹੈ, ਕਦੇ ਤੁਸੀਂ ਘਰ ਦੇ ਵਿੱਚ ਨਹੀਂ ਰੱਖਦੇ। ਉਹ ਲੱਕੜ ਨੂੰ ਕੋਈ ਕਾਰੀਗਰ ਚੰਗੀ ਤਰ੍ਹਾਂ ਸਵਾਰ ਕੇ, ਸ਼ਿੰਗਾਰ ਕੇ ਉਹਦੀ ਕੋਈ ਚੀਜ਼ ਬਣਾ ਦੇਵੇ ਨਾ, 50,000 ਦੇ 100 ਕਿਸ ਵਿੱਚ ਆਪਾਂ ਸਜਾ ਕੇ ਰੱਖਨੇ, ਕਿਉਂ? ਘੜ ਦਿੱਤਾ ਉਹਨੇ। ਇਸੇ ਤਰ੍ਹਾਂ ਸਤਿਗੁਰੂ ਵੀ ਘੜ ਦਿੰਦੇ ਨੇ ਸਿੱਖ ਦਾ ਜੀਵਨ, ਜਿਸ ਨੂੰ ਕੋਈ ਨਹੀਂ ਪੁੱਛਦਾ ਸੀ, ਜਦੋਂ ਗੁਰੂ ਉਹਨੂੰ ਘੜਦਾ ਫਿਰ ਦੁਨੀਆ ਉਹਨੂੰ ਚੁੱਕਦੀ ਹੈ। ਸਤਿਗੁਰੂ ਕਿਰਪਾ ਕਰਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੱਤੇ ਅੱਖਰ ਦੇ ਰਾਹੀਂ ਆਪਣੇ ਟੀਚਰ, ਅਧਿਆਪਕ ਹੈ ਉਹਨਾਂ ਦਾ ਗੋਪਾਲ ਪਾਂਧਾ। 3 ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੋਪਾਲ ਪਾਂਧੇ ਨੇ ਪੜ੍ਹਾਇਆ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਂਧੇ ਨੂੰ ਪੜ੍ਹਾ ਰਹੇ ਨੇ, ਤੇ ਪੜ੍ਹਾਈ ਵੇਖੋ ਕਿਹੋ ਜਿਹੀ ਹੈ। ਪੜ੍ਹਾਈ ਸੰਸਾਰਿਕ ਨਹੀਂ ਹੈ, ਅਧਿਆਤਮਿਕ ਪੜ੍ਹਾਈ ਹੈ। ਇਹ ਪੜ੍ਹਾਈ ਪੜ੍ਹ ਕੇ ਤੇ ਇਨਸਾਨ ਭੁੱਲ ਜਾਂਦਾ ਹੈ, ਗਲਤੀ ਕਰਦਾ ਹੈ ਸੰਸਾਰੀ ਪੜ੍ਹਾਈ ਕਰਕੇ। ਆ ਵੱਡੇ ਵੱਡੀਆਂ ਪੜ੍ਹਾਈਆਂ ਕਰਨ ਵਾਲੇ ਇੰਜੀਨੀਅਰ ਕੀ ਹੋਰ ਕੀ, ਕਈ ਵਾਰੀ ਪੈਸਿਆਂ ਦੇ ਚੱਕਰ ਵਿੱਚ ਬਹੁਤ ਵੱਡੀਆਂ ਵੱਡੀਆਂ ਗੜਬੜਾਂ ਕਰ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਜਿਹੜੀ ਪੜ੍ਹਾਈ ਪੜ੍ਹਾਉਣ ਲੱਗੇ ਨਾ, ਉਹ ਪੜ੍ਹਾਈ ਨੂੰ ਪੜ੍ਹ ਕੇ ਦੁਨੀਆਵੀ ਪੜ੍ਹਾਈ ਪੜ੍ਹਨ ਵਾਲਾ ਵੀ ਸਹੀ ਰਾਹ ਤੇ ਪੈ ਜਾਂਦਾ ਹੈ। ਸਤਿਗੁਰੂ ਰਹਿਮਤ ਕਰਨ। ਤੱਤੇ ਤਾਰੂ ਭਵਜਲ ਹੋਵਾ। ਤਾਰੂ ਦੇ ਅਰਥ ਬੇੜੀ, ਜਹਾਜ਼ ਕਹਿ ਸਕਦੇ ਹਾਂ। ਭਵਜਲ ਹੋਵਾ, ਆ ਭਵ ਜਲ ਹੈ ਕੀ? ਬਹੁਤਾਤ ਨਾ ਇਸ ਸੰਸਾਰ ਲਈ ਵਰਤਿਆ ਜਾਂਦਾ ਹੈ, ਪਰ ਆਪਾਂ ਤੇ ਸੜਕ ਉੱਤੇ ਘੁੰਮਦੇ ਹਾਂ। ਭਵ ਜਲ ਅਸਲ ਦੇ ਵਿੱਚ ਕਈ ਸੰਸਾਰ ਨੂੰ ਸਮੁੰਦਰ ਵੀ ਕਹਿੰਦੇ ਨੇ। ਪੜ੍ਹਦੇ ਨਾ ਆਪਾਂ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਸੰਸਾਰ ਸਮੁੰਦੇ ਤਾਰ ਗੋਬਿੰਦੇ ਦੇ ਅਰਥ ਇਹ ਨੇ, ਆਮ ਨਦੀ ਹੋਵੇ ਨਾ, ਬੰਦਾ ਲੰਘ ਲੁੰਘ ਜਾਂਦਾ ਹੈ। ਜੇ ਕਿਸੇ ਬੰਦੇ ਨੂੰ ਸਮੁੰਦਰ ਦੇ ਵਿੱਚ ਸੁੱਟ ਦਈਏ, ਉਹਦੇ ਲਈ ਬਹੁਤ ਔਖਾ ਹੈ, ਕਿਉਂ ਗਹਿਰਾ ਹੈ ਇੱਕ ਤੇ ਬਹੁਤ ਜ਼ਿਆਦਾ। ਦੂਜੀ ਗੱਲ, ਉਹਦਾ ਜਿਹੜਾ ਆਕਾਰ ਹੈ ਨਾ, ਉਹ ਅਸੀਮ ਹੈ, ਉਹ ਸੀਮਤ ਨਹੀਂ ਹੈ, ਉਹ ਅਸੀਮ ਹੈ। ਬਹੁਤ ਵੱਡੇ ਆਕਾਰ ਦੇ ਵਿੱਚ ਸਮੁੰਦਰ ਹੈ,
ਤੇ ਉਹ ਸੀਮਤ ਨਹੀਂ ਹੈ, ਅਸੀਮ ਹੈ। ਇਸ ਕਰਕੇ ਫਿਰ ਬਚਨ ਵਰਤਿਆ ਗਿਆ ਸਮੁੰਦਰ। ਆ ਜਿਹੜਾ ਭਵ ਜਲ ਹੈ, ਤੇ ਫਿਰ ਆ ਕੀ ਹੋਇਆ? ਭਵ ਦੇ ਅਰਥ ਸਾਡੀਆਂ ਭਾਵਨਾਵਾਂ, ਜਲ ਦੇ ਅਰਥ ਜਿਹੜੀਆਂ ਜਲ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ। ਸਮੁੰਦਰ ਤੇ ਸ਼ਾਇਦ 1-2 ਮਿੰਟ ਲਈ ਸ਼ਾਂਤ ਹੋ ਜਾਂਦਾ ਹੋਵੇਗਾ, ਪਰ ਸਤ ਸੰਗਤ ਇਨਸਾਨ ਦੇ ਅੰਦਰ ਭਾਵਨਾਵਾਂ ਦੇ ਜਿਹੜੀਆਂ ਲਹਿਰਾਂ ਉੱਠ ਰਹੀਆਂ ਨੇ ਨਾ, ਇਹਨਾਂ ਦੇ ਵਿੱਚ ਸ਼ਾਂਤੀ ਨਹੀਂ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਸਮੁੰਦਰ ਵਿੱਚ ਡੁੱਬਦਾ ਹੈ ਨਾ ਬੰਦਾ, ਉੱਥੇ ਵੀ ਬਚਣਾ ਹੈ ਤੇ ਔਖਾ। ਪਰ ਸ਼ਾਇਦ ਕੋਈ ਉੱਥੇ ਬੋਟ ਲੈ ਕੇ, ਜਹਾਜ਼ ਲੈ ਕੇ ਆ ਜਾਵੇ, ਡੁੱਬਦੇ ਨੂੰ ਬਚਾ ਲਵੇ। ਸਤਿਗੁਰੂ ਆਖਦੇ ਜਿਹੜਾ ਭਾਵਨਾਵਾਂ ਦੇ ਵਿੱਚ ਰੋਜ਼ ਡੁੱਬਦਾ ਨਾ, ਉਹਨੂੰ ਬਚਾਉਣਾ ਬਹੁਤ ਔਖਾ ਹੈ, ਉਹਨੂੰ ਬਚਾਉਣਾ ਬਹੁਤ ਔਖਾ ਹੈ। ਸਵੇਰੇ ਹੀ ਸ਼ੁਰੂ ਹੋ ਜਾਂਦੀਆਂ ਨੇ ਇਹ ਲਹਿਰਾਂ ਉੱਠਣੀਆਂ। ਦਾਤਾ ਜੀ ਨੇ ਬਾਣੀ ਵਿੱਚ ਕਿਹਾ ਵੀ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਦੋਂ ਮੈਂ ਸਵੇਰੇ ਉੱਠਦਾ ਨਾ, ਮੇਰੇ ਅੰਦਰ ਇੱਕ ਕੁੱਤਾ ਭੌਂਕਦਾ, ਨਾਲੇ 2 ਕੁੱਤੀਆਂ ਭੌਂਕਦੀਆਂ ਨੇ। ਉਹ ਕਹਿੰਦੇ ਤੇਰੇ ਘਰ ਵਿੱਚ? ਕਹਿੰਦੇ ਨਹੀਂ, ਮੇਰੇ ਘਰ ਵਿੱਚ ਨਹੀਂ, ਵਿਹੜੇ ਵਿੱਚ ਨਹੀਂ, ਗਲੀ ਵਿੱਚ। ਕਹਿੰਦੇ ਨਹੀਂ ਰੱਬ ਜੀ, ਮੇਰੇ ਅੰਦਰ ਭੌਂਕਦੀਆਂ ਨੇ। 2 ਕੁੱਤੀਆਂ ਤੇ 1 ਕੁੱਤਾ ਭੌਂਕਦਾ। ਪੁੱਛੀਏ ਤੇ ਸਹੀ, ਕਿਹੜਾ ਕੁੱਤਾ ਤੇ ਕਿਹੜੀਆਂ ਕੁੱਤੀਆਂ? ਕੁੱਤੇ ਦੇ ਲਈ ਜਿਹੜੀ ਬਾਣੀ ਵਿੱਚ ਉਦਾਹਰਨਾਂ ਵਰਤੀਆਂ ਗਈਆਂ, ਇਮਾਨਦਾਰੀ ਵੀ ਵਰਤੀ ਗਈ ਹੈ, ਪਰ ਉਹਦਾ ਇੱਕ ਭੈੜਾ ਸੁਭਾਅ ਵੀ ਹੈ, ਲੋਭੀ ਬਹੁਤ ਹੈ, ਰੱਜਣ ਤੋਂ ਬਾਅਦ ਵੀ ਮੂੰਹ ਮਾਰਦਾ ਹੈ। ਦੂਜੇ ਨੂੰ ਖਾਂਦੇ ਹੋਏ ਵੇਖ ਕੇ ਉਹ ਚੰਗਾ ਨਹੀਂ ਮੰਨਦਾ। ਚਲੋ ਬੰਦੇ ਨੇ ਸਿਖਾ ਦਿੱਤਾ, ਉਹ ਫਿਰ ਗੱਲ ਵੱਖਰੀ ਹੈ, ਉਹ ਵੱਖਰਾ ਵਿਸ਼ਾ ਹੋ ਜਾਏਗਾ। ਸਤਿਗੁਰੂ ਆਖਦੇ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਹੇ ਰੱਬ ਜੀ, 1 ਕੁੱਤਾ ਭੌਂਕਦਾ ਤੇ 2 ਕੁੱਤੀਆਂ, ਕਿਹੜੀਆਂ? ਫਿਰ ਅੱਗੇ ਕਹਿੰਦੇ ਨੇ ਲੋਭ ਰੂਪੀ ਕੁੱਤਾ ਭੌਂਕਦਾ, ਆਸਾ ਤੇ ਤ੍ਰਿਸ਼ਨਾ ਨਾਲੇ 2 ਕੁੱਤੀਆਂ ਭੌਂਕਦੀਆਂ ਨੇ ਮੇਰੇ ਅੰਦਰੋਂ। ਸਵੇਰੇ ਹੀ ਲੋਭ ਦਾ ਕੁੱਤਾ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰੀ ਤੇ ਇਹੋ ਜਿਹਾ ਹੁੰਦਾ, ਮੈਨੂੰ ਖਿਮਾ ਕਰਨਾ, ਚਲੋ ਸੁਭਾਅ ਹੁੰਦਾ, ਪਰ ਠੀਕ ਨਹੀਂ ਹੈ। ਹਲੇ ਮੰਜੇ ਤੇ ਹੀ ਪਏ ਹੁੰਨੇ ਆ, ਅੰਦਰੋਂ ਲੋਭ ਆਵਾਜ਼ਾਂ ਮਾਰਨ ਲੱਗ ਜਾਂਦਾ, ਅੱਜ ਇਹ ਕਰਾਂਗਾ, ਅੱਜ ਇਹ ਖਾਵਾਂਗਾ, ਅੱਜ ਉਹਦੇ ਕੋਲੋਂ ਪੈਸੇ ਲੈਣੇ, ਅੱਜ ਉੱਧਰ ਜਾਣਾ। ਚਾਹੀਦਾ ਕੀ ਸੀ ਕਿ ਸਵੇਰੇ ਉੱਠਦਿਆਂ ਹੀ ਸਾਰ ਹੱਥ ਜੋੜ ਕੇ ਕਹਿੰਦਾ, ਦਾਤਿਆ ਤੇਰੀ ਕਿਰਪਾ ਨਾਲ ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਤੇਰੀ ਯਾਦ ਵਿੱਚ, ਤੇਰੇ ਸਿਮਰਨ ਵਿੱਚ ਦਿਨ ਚੜ੍ਹਿਆ, ਕਿਰਪਾ ਕਰਕੇ ਆਪਣਾ ਸਿਮਰਨ ਤੇ ਆਪਣੀ ਯਾਦ ਬਖਸ਼ਿਸ਼ ਕਰੇ। ਤੇ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਯਾਦ ਹੈ, ਸਿਮਰਨ ਹੈ, ਉਹ ਆਨੰਦ ਦੇ ਵਿੱਚ ਰਵੇਗਾ। ਜਿਹੜਾ ਸਵੇਰੇ ਹੀ ਰੱਬ ਅੱਗੇ ਮੰਗਤਾ ਬਣ ਜਾਂਦਾ ਹੈ ਨਾ, ਪਰਮਾਤਮਾ ਅੱਗੇ ਮੰਗਤਾ ਬਣ ਕੇ ਨਾਮ ਮੰਗਦਾ, ਉਹਦਾ ਪੂਰਾ ਦਿਨ ਬਾਦਸ਼ਾਹ ਵਰਗਾ ਨਿਕਲਦਾ। ਜਿਹੜਾ ਸਵੇਰੇ ਲੋਭ ਅੱਗੇ, ਆਲਸ ਅੱਗੇ ਮੰਗਤਾ ਬਣ ਜਾਏਗਾ, ਤੇ ਉਹਦਾ ਆਪਣਾ ਹਿਸਾਬ ਉਹ ਆਪ ਲਾ ਲਵੇ ਕਿ ਕੁਝ ਆ। ਆਪਾਂ ਕਈ ਵਾਰੀ ਕਹਿੰਦੇ ਨਾ, ਅੱਜ ਇਹਨੇ ਸਵੇਰੇ ਹੀ ਮੂਡ ਖਰਾਬ ਕਰ ਦਿੱਤਾ। ਜਿਹਦੀ ਸ਼ੁਰੂਆਤ ਹੀ ਗਲਤ ਹੋਈ, ਉਹਦਾ ਐਂਡ ਕਿਵੇਂ ਠੀਕ ਹੋ ਜਾਏਗਾ? ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਇਨਸਾਨ ਦੀ ਹਾਲਤ ਇਹੀ ਹੈ। ਹੋ ਕੀ ਰਿਹਾ ਹੈ ਜੀ? ਏਕ ਸਵਾਨ ਦੋਏ ਸਵਾਨੀ ਨਾਲ 1 ਕੁੱਤਾ ਭੌਂਕਦਾ, 2 ਕੁੱਤੀਆਂ ਭੌਂਕਦੀਆਂ ਨੇ। ਲੋਭ ਰੂਪੀ ਕੁੱਤਾ, ਆਸਾ ਤੇ ਤ੍ਰਿਸ਼ਨਾ 2 ਕੁੱਤੀਆਂ, ਭਲਕੇ ਭੌਂਕੇ ਸਦਾ ਬਿਆਲ। ਸਵੇਰੇ ਸ਼ੁਰੂ ਹੋ ਜਾਂਦੇ ਤੇ ਸਦਾ। ਇਹ ਤੇ ਹੁੰਦਾ ਨਾ, ਤੁਹਾਡੇ ਗੁਆਂਢ ਵਿੱਚ ਕੁੱਤਾ ਭੌਂਕਦਾ ਹੋਵੇ, ਦਬਕਾ ਮਾਰੋ, ਚੁੱਪ ਕਰਕੇ ਲੰਘ ਜਾਏਗਾ। ਬਾਬਾ ਜੀ ਕਹਿੰਦੇ ਸਦਾ ਬਿਆਲ, ਉਹ ਤੇ ਦਿਨ ਰਾਤ ਭੌਂਕ ਰਹੇ ਨੇ। ਕਈ ਵਾਰੀ ਤੇ ਅੱਖਾਂ ਵੀ ਬੰਦ ਹੁੰਦੀਆਂ ਨੇ ਤਾਂ ਵੀ ਭੌਂਕੀ ਜਾਂਦੇ। ਮੈਨੂੰ ਖਿਮਾ ਕਰਨਾ, ਗੁਟਕਾ ਸਾਹਿਬ ਹੱਥ ਵਿੱਚ ਹੁੰਦਾ, ਉਹ ਕੁੱਤਾ ਤਾਂ ਵੀ ਅੰਦਰੋਂ ਲੋਭ ਵਾਲਾ ਭੌਂਕੀ ਜਾਂਦਾ ਹੈ। ਕੀਰਤਨ ਸੁਣਦਿਆਂ ਵੀ ਭੌਂਕਦਾ, ਕਥਾ ਸੁਣਦੇ, ਮੇਰੇ ਵਰਗੇ ਦਾ ਕਈ ਵਾਰੀ ਖਿਮਾ ਕਰਨਾ, ਕਥਾ ਕਰਦਿਆਂ ਵੀ ਭੌਂਕਦਾ, ਕੀਰਤਨ ਕਰਦਿਆਂ ਵੀ ਭੌਂਕਦਾ। ਕਿੰਨੇ ਕੁ ਆਏ, ਕਿਸੇ ਨੇ ਰੱਖੇ ਨਹੀਂ ਰੱਖੇ ਕੀਰਤਨ ਕਰਦੇ ਨੂੰ ਪੈਸੇ, ਕਥਾ ਕਰਦਿਆਂ ਕੋਈ ਰੱਖ ਕੇ ਗਿਆ ਜਾਂ ਨਹੀਂ ਗਿਆ, ਬਸ ਇਨਸਾਨ ਇਹਦੇ ਵਿੱਚ ਹੀ ਲੱਗਿਆ ਹੋਇਆ ਹੈ। ਇਹ ਨਹੀਂ ਕਿ ਤੁਹਾਨੂੰ ਕਹਿ ਰਿਹਾ, ਮੈਂ ਵੀ ਵਿੱਚ ਇਨਕਲੂਡ ਹਾਂ, ਇਹ ਮੇਰੇ ਨਾਲ ਵੀ ਹੈ। ਹਾਂ, ਇਹਦੇ ਤੋਂ ਬਚਣ ਦਾ ਢੰਗ ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ, ਤਤੈ ਤਾਰੂ
ਭਉਜਲ ਹੋਵਾ। ਜਦੋਂ ਆਪਣੀ ਪੇਸ਼ਨਾ ਨਾ ਚੱਲੇ, ਆਪਣੀ ਤਾਕਤ ਨਾ ਚੱਲੇ, ਯਤਨ ਨਹੀਂ ਕਰਨਾ ਚਾਹੀਦਾ ਕਿ ਆਪ ਨਦੀ ਵਿੱਚ ਵੜੀਏ, ਸਮੁੰਦਰ ਵਿੱਚ ਵੜੀਏ। ਫਿਰ ਉਡੀਕ ਲੈਣਾ ਚਾਹੀਦਾ ਹੈ ਜਹਾਜ਼ ਨੂੰ, ਬੇੜੀ ਨੂੰ, ਬੈਠੀਏ ਉਹਦੇ ਵਿੱਚ ਤੇ ਪਾਰ ਲੰਘ ਜਾਵਾਂਗੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਵੀ ਹੈ, ਜਿਉਂ ਪਾਖਾਨ ਨਾਉ ਚੜ੍ਹ ਤਰੈ। ਜਿਵੇਂ ਇੱਕ ਪੱਥਰ ਨੂੰ ਸਿੱਧਾ ਪਾਣੀ ਵਿੱਚ ਸੁੱਟੋਗੇ ਤੇ ਡੁੱਬ ਜਾਏਗਾ, ਉਹਨੂੰ ਬੇੜੀ ਵਿੱਚ ਰੱਖੋਗੇ ਤੇ ਉਹ ਪਾਰ ਜਾ ਸਕਦਾ ਹੈ। ਸਮੁੰਦਰਾਂ ਪਾਰ ਤੋਂ ਪੱਥਰ ਆਉਂਦੇ ਨੇ, ਬਿਜ਼ਨਸ ਦੇ ਰਾਹੀਂ ਬਹੁਤ ਕੁਝ ਆਉਂਦਾ ਹੈ ਸ਼ਿਪ ਦੇ ਵਿੱਚ ਨਾ ਜੀ। ਸਤਿਗੁਰੂ ਕਹਿੰਦੇ, ਜਿਉਂ ਪਾਖਾਨ ਨਾਉ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜੇ ਤੂੰ ਬਚਣਾ ਤੇ ਤੂੰ ਗੁਰੂ ਦੇ ਚਰਨਾਂ ਨਾਲ ਜੁੜ ਜਾ, ਨਹੀਂ ਤੇ ਵੇਖੋ ਕਿਦਾਂ ਡੋਬਦੀਆਂ ਨੇ ਬੰਦੇ ਨੂੰ। ਲੋਭ ਹੀ ਹੈ ਨਾ, ਪਰਾਇਆ ਤਨ ਤੱਕ ਕੇ ਇਨਸਾਨ ਮਾੜਾ ਕਰਮ ਕਰ ਜਾਂਦਾ ਹੈ, ਸਜ਼ਾ ਮਿਲਦੀ ਹੈ, ਕੁਕਰਮ ਕਰ ਦਿੰਦਾ ਹੈ। ਪਰਾਇਆ ਧਨ ਤੱਕ ਕੇ ਮਨ ਵਿੱਚ ਲਾਲਚ ਆਉਂਦਾ ਹੈ, ਚੋਰੀ ਕਰ ਜਾਂਦਾ ਹੈ। ਦਿਨ ਰਾਤ ਇਸ ਭਵਜਲ ਵਿੱਚ ਡੁੱਬਦੇ ਆ। ਸਤਿਗੁਰੂ ਕਹਿੰਦੇ ਬਚਣਾ, ਕਹਿਣਾ ਤਤੈ ਤਾਰੂ ਭਵਜਲ ਹੋਵਾ। ਪਰਮਾਤਮਾ ਦਾ ਨਾਮ ਜਹਾਜ਼ ਹੈ। ਕਹਿੰਦੇ ਜੇ ਇਸ ਭਵਜਲ ਤੋਂ ਪਾਰ ਉਤਰਨਾ ਤੇ ਫਿਰ ਤੈਨੂੰ ਇਸ ਜਹਾਜ਼ ਵਿੱਚ ਚੜ੍ਹਨਾ ਪੈਣਾ। ਤੇ ਜਹਾਜ਼ ਵਿੱਚ ਚੜ੍ਹਨ ਲਈ ਸਭ ਤੋਂ ਪਹਿਲਾਂ ਕੀ ਕਰਨਾ ਪੈਂਦਾ? ਵੇਖੋ ਇੰਨਾ ਕੁ ਤੇ ਯਤਨ ਕਰਨਾ ਪੈਣਾ। ਹੁਣ ਤੁਸੀਂ ਟਿਕਟ ਕਟਾ ਲਈ, ਟਿਕਟ ਬੁੱਕ ਹੋ ਗਈ, ਭਾਵੇਂ ਹਵਾਈ ਜਹਾਜ਼ ਦੀ, ਭਾਵੇਂ ਪਾਣੀ ਵਾਲੇ ਜਹਾਜ਼ ਦੀ। ਵਿਚਾਰ ਲੈਣਾ ਥੋੜਾ ਜਿਹਾ। ਇਹ ਤਾਂ ਨਹੀਂ ਤੁਹਾਨੂੰ ਜਹਾਜ਼ ਘਰ ਲੈਣ ਵਾਸਤੇ ਆਊਗਾ, ਇਹ ਤੇ ਨਹੀਂ ਕਿ ਜਹਾਜ਼ ਘਰ ਲੈਣ ਵਾਸਤੇ ਆਊਗਾ। ਇੰਨਾ ਕੁ ਯਤਨ ਤੇ ਤੁਹਾਨੂੰ ਕਰਨਾ ਪੈਣਾ। ਆਪਣੇ ਘਰ ਤੋਂ ਏਅਰਪੋਰਟ ਤੱਕ ਜਾਣਾ ਪੈਣਾ। ਆਪਣੇ ਘਰ ਤੋਂ ਜੇ ਸ਼ਿਪ ਵਿੱਚ ਵੀ ਜਾਣਾ ਨਾ, ਪਾਣੀ ਵਾਲੇ ਬੰਦਰਗਾਹ ਤੱਕ ਜਾਣਾ ਪੈਣਾ ਨਾ, ਜਿੱਥੋਂ ਚੱਲਦੇ ਨੇ ਉੱਥੇ ਤੱਕ ਤੇ ਜਾਣਾ ਪੈਣਾ। ਅਗਲਾ ਕੰਮ ਤੇ ਜਹਾਜ਼ ਦਾ ਨਾ, ਤੁਸੀਂ ਬਹਿ ਜਾਓ, ਉਡਾ ਕੇ ਉਹਨੇ ਲੈ ਜਾਣਾ। ਸਤਿਗੁਰੂ ਵੀ ਕਹਿੰਦੇ ਨੇ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਸਰੰਜਾਮ ਦੇ ਅਰਥ ਕਿਨਾਰੇ। ਤੂੰ ਆ ਜਾ ਗੁਰੂ ਦੀ ਸੰਗਤ ਵਿੱਚ, ਸਰੰਜਾਮ ਲਾਗ ਭਵਜਲ ਤਰਨ ਕੇ। ਜੇ ਇਹਦੇ ਵਿੱਚੋਂ ਬਚਣਾ ਹੈ ਨਾ, ਫਿਰ ਤੈਨੂੰ ਸੰਗਤ ਵਿੱਚ ਆਉਣਾ ਪੈਣਾ ਹੈ। ਸਰੰਜਾਮ ਲਾਗ ਭਵਜਲ ਤਰਨ ਕੈ, ਨਹੀਂ ਤੇ ਕੀ ਹੋਵੇਗਾ? ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਮਾਇਆ ਦੇ ਰੰਗਾਂ ਦੇ ਵਿੱਚ ਤੇਰਾ ਜਨਮ ਬੇਕਾਰ ਜਾ ਰਿਹਾ ਹੈ। ਬੱਸ ਸਟੈਂਡ ਤੇ ਜਾਣਾ ਪੈਣਾ, ਬੱਸ ਘਰੇ ਲੈਣ ਵਾਸਤੇ ਨਹੀਂ ਆਊਗੀ, ਉੱਥੇ ਤੱਕ ਤੇ ਜਾਣਾ ਪੈਣਾ। ਅਗਲਾ ਕੰਮ ਹੈ ਸਾਧ ਸੰਗਤ ਬੱਸ ਵਾਲੇ ਦਾ, ਪਾਇਲਟ ਦਾ, ਜਿਹੜਾ ਸ਼ਿਪ ਚਲਾਉਂਦਾ ਸੀ, ਪਰ ਉਹਦਾ ਕੰਮ ਹੈ ਕਿ ਉਹ ਤੁਹਾਨੂੰ ਲੈ ਕੇ ਜਾਵੇਗਾ। ਸਤਿਗੁਰੂ ਵੀ ਉਹੀ ਕਹਿ ਰਹੇ ਨੇ, ਤਤੈ ਤਾਰੂ ਭਵਜਲ ਹੋਵਾ। ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਉਹ ਜਹਾਜ਼ ਹੈ ਤੇ ਤੈਨੂੰ ਉਸ ਜਹਾਜ਼ ਵਿੱਚ ਸਵਾਰ ਹੋਣਾ ਪੈਣਾ ਹੈ। ਤੇ ਇਹਦੇ ਵਿੱਚ ਸਵਾਰ ਹੋਣ ਲਈ ਵੀ ਕੁਝ ਸ਼ਰਤਾਂ ਹੁੰਦੀਆਂ ਨੇ। ਹਵਾਈ ਯਾਤਰਾ ਕਰਨੀ ਹੈ ਨਾ ਜੀ, ਤੁਸੀਂ ਆਪਣੇ ਨਾਲ ਕੋਈ ਹਥਿਆਰ ਜਾਂ ਹੋਰ ਕੋਈ ਚੀਜ਼ ਨਹੀਂ ਲੈ ਕੇ ਜਾ ਸਕਦੇ। ਕੁਝ ਤੁਹਾਡੇ ਡਾਕੂਮੈਂਟਸ ਵੀ ਚਾਹੀਦੇ ਨੇ, ਤਾਂ ਚੜਾਂਗੇ। ਜੇ ਨਾਮ ਰੂਪੀ ਜਹਾਜ਼ ਵਿੱਚ ਵੀ ਚੜ੍ਹਨਾ ਹੈ ਨਾ, ਸਤਿਗੁਰੂ ਕਹਿੰਦੇ ਤੈਨੂੰ ਇੱਥੇ ਵੀ ਕੁਝ ਕਾਇਦੇ ਕਾਨੂੰਨ ਨੇ ਨਾ, ਜਿਹੜੇ ਉਹ ਅਪਣਾਉਣੇ ਪੈਣਗੇ। ਬਾਬਾ ਕਬੀਰ ਸਾਹਿਬ ਜੀ ਨੂੰ ਕਹਿੰਦੇ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜਾ। ਹੁਣ ਪਰਿਵਾਰ ਦੇ ਅਰਥ ਪਤਾ ਕੀ? ਅੱਜ ਜਿਹੜਾ ਸਮਾਂ ਹੈ ਨਾ ਜੀ, ਅੱਜ ਜਿਹੜਾ ਸਮਾਂ ਹੈ, ਜੇ ਆਪਾਂ ਕਹੀਏ ਵੀ ਨਾ ਆਪਣੇ ਬੱਚਿਆਂ ਨੂੰ ਜਾਂ ਹੋਰ ਕਿਸੇ ਨੂੰ, ਉੱਠ ਕੇ ਭਾਈ ਨਾਮ ਜਪਿਆ ਕਰੋ, ਭਗਤੀ ਕਰਿਆ ਕਰੋ, ਅਸੀਂ ਕਹਿੰਦੇ ਅੱਧੀ ਰਾਤ ਤੱਕ ਤੇ ਕੰਮ ਕਰਦੇ ਹੁੰਦੇ, ਸਵੇਰੇ ਕਦ ਉੱਠੀਏ? ਸਵੇਰੇ ਕਦ ਉੱਠੀਏ? ਬਹੁਤ ਸਵਾਲ ਹੋਣਗੇ, ਬਹੁਤ ਕੁਝ। ਕਈ ਵਾਰੀ ਤੇ ਘਰਾਂ ਵਿੱਚ ਝਗੜੇ ਵੀ ਪੈਂਦੇ ਨੇ। ਬਾਬਾ ਜੀ ਕਹਿੰਦੇ ਸੱਜਾ ਖੱਬਾ ਛੱਡ ਦੇ, ਕੀ ਕਰਨਾ ਹੈ? ਦੀਨ ਦਇਆਲ ਭਰੋਸੇ ਤੇਰੇ, ਹੇ ਰੱਬ ਜੀ ਤੁਹਾਡੇ ਭਰੋਸੇ ਦੇ ਉੱਤੇ ਸਭ ਪਰਿਵਾਰ ਚੜਾਇਆ ਬੇੜਾ। ਆਪਣਾ ਪਰਿਵਾਰ ਚੜਾਈਏ ਸਭ ਤੋਂ ਪਹਿਲਾਂ। ਸਾਡਾ ਪਰਿਵਾਰ, ਉਹ ਪਰਿਵਾਰ ਕੀ ਹੈ ਜੀ? ਸਾਡੇ ਹੱਥ, ਸਾਡੇ ਕੰਨ, ਸਾਡੀਆਂ ਅੱਖਾਂ, ਸਾਡੀ ਜੀਭ, ਇਹ ਸਾਡਾ ਪਰਿਵਾਰ ਹੈ। ਜੀਭ ਪਰਿਵਾਰ ਹੈ ਨਾ ਜੀ। ਕੋਈ ਵੀ ਚੀਜ਼ ਟੇਸਟ ਕਰਕੇ ਸਾਨੂੰ ਦੱਸਦੀ ਹੈ ਕਿਹੋ ਜਿਹੀ ਹੈ। ਹੱਥ ਪਰਿਵਾਰ ਨੇ, ਹੱਥ ਪਰਿਵਾਰ ਹੈ। ਤੁਹਾਨੂੰ ਕੋਈ ਤੰਗੀ ਹੋਵੇ, ਕਿਥੇ ਖਾਰਿਸ਼ ਹੁੰਦੀ ਹੋਵੇ ਪਰਿਵਾਰ ਵਾਲੇ, ਜਾਂ ਕਿਥੇ ਸੱਟ ਲੱਗ ਜਾਵੇ,
ਕੋਈ ਪਰੇਸ਼ਾਨੀ ਹੋ ਜਾਵੇ ਪਰਿਵਾਰ ਵਾਲੇ ਤੇ ਬਾਅਦ ਵਿੱਚ ਆਉਂਦੇ ਨੇ, ਸਭ ਤੋਂ ਪਹਿਲਾਂ ਤੁਹਾਡਾ ਹੱਥ ਹੀ ਉਸ ਥਾਂ ਤੇ ਜਾਂਦਾ ਹੈ। ਅੱਖਾਂ ਪਰਿਵਾਰ ਨੇ, ਅੱਖਾਂ ਦੁਨੀਆ ਵੱਲ ਤੱਕ ਕੇ ਸਾਨੂੰ ਦੱਸਦੀਆਂ ਨੇ ਕੀ ਕੁਝ ਹੈ। ਦਾਤਾ ਜੀ ਕਹਿੰਦੇ ਸਭ ਤੋਂ ਪਹਿਲਾਂ ਤੂੰ ਆਪਣਾ ਇਹ ਵਾਲਾ ਪਰਿਵਾਰ ਰੱਬ ਦੇ ਨਾਮ ਰੂਪੀ ਬੇੜੇ ਵਿੱਚ ਚੜਾਉਣਾ ਹੈ। ਇਹ ਕਿੱਦਾਂ ਚੜਨਗੀ ਜੀ? ਅੱਖਾਂ ਦੇ ਤੇ ਪੈਰ ਨਹੀਂ ਹੈਗੇ, ਕੰਨਾਂ ਦੇ ਵੀ ਪੈਰ ਨਹੀਂ ਹੈਗੇ, ਜੀਭ ਦੇ ਵੀ ਪੈਰ ਨਹੀਂ ਹੈਗੇ। ਇਹਨਾਂ ਨੂੰ ਚੜਾਉਣ ਦਾ ਅਰਥ ਇਹ ਹੈ ਕਿ ਅੱਖਾਂ ਦੇ ਨਾਲ ਮਾੜਾ ਤੱਕਣਾ ਜਿਹੜਾ ਹੈ ਨਾ ਉਹ ਬੰਦ ਕਰ ਦੇ, ਜ਼ਬਾਨ ਦੇ ਨਾਲ ਗਲਤ ਬੋਲਣਾ ਬੰਦ ਕਰ ਦੇ, ਹੱਥਾਂ ਦੇ ਨਾਲ ਕਿਸੇ ਦਾ ਮਾੜਾ ਕਰਨਾ ਬੰਦ ਕਰ ਦੇ, ਕੰਨਾਂ ਦੇ ਨਾਲ ਕਿਸੇ ਦਾ ਮਾੜਾ ਸੁਣਨਾ ਬੰਦ ਕਰ ਦੇ। ਆਈ ਹੈ ਉਸ ਬੇੜੇ ਵਿੱਚ ਚੜਾ, ਆਹ ਹੈ ਉਹ ਜਿਵੇਂ ਚੜਨਾ ਹੈ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜਾ। ਨਹੀਂ ਤੇ ਕਈ ਵਾਰੀ ਸਰੀਰ ਚੜ ਜਾਂਦੇ, ਮੈਨੂੰ ਖਿਮਾ ਕਰਨਾ, ਗਿਆਨ ਇੰਦਰੇ ਨਹੀਂ ਤੇ ਚੜਦੇ, ਫਿਰ ਰੋਲਾ ਪੈਂਦਾ ਜੀ ਨਾਮ ਅੰਦਰ ਨਹੀਂ ਵੱਸਦਾ। ਵੇਖੋ ਨਾ, ਉੱਤੋਂ ਲਿਜਾ ਕੇ ਪਾਣੀ ਹੇਠਾਂ ਸੁੱਟਣਾ ਜਿਹੜਾ ਹੈ ਨਾ ਜੀ ਬਹੁਤ ਸੌਖਾ ਹੈ, ਪਰ ਹੇਠਾਂ ਤੋਂ ਉੱਤੇ ਪਾਣੀ ਪਹੁੰਚਾਉਣਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਬਹੁਤ ਔਖਾ ਹੈ। ਜ਼ਮੀਰ ਕਰਕੇ, ਕਿਰਦਾਰ ਕਰਕੇ ਡਿੱਗਣਾ ਬਹੁਤ ਸੌਖਾ ਹੈ। 1 ਮਿੰਟ ਲੱਗਦਾ, ਮਾੜਾ ਕਰਮ ਕੀਤਾ ਨਹੀਂ, ਕਈ ਵਾਰੀ 50-50 ਸਾਲ ਦੀ, 25-25 ਸਾਲ ਦੀ ਇੱਜ਼ਤ ਖਤਮ ਹੋ ਜਾਂਦੀ ਹੈ। ਇੱਕ ਮਾੜਾ ਕੰਮ ਨਹੀਂ ਕੀਤਾ ਤੇ 25 ਸਾਲ ਲੱਗ ਜਾਂਦੇ ਨੇ ਇੱਜ਼ਤ ਬਣਾਉਣ ਨੂੰ। ਫਿਰ ਕਰਨਾ ਕੀ ਚਾਹੀਦਾ? ਵੇਖੋ, ਕਿਸੇ ਦਾ 3 ਮੰਜ਼ਲਾ ਘਰ ਹੋਵੇ ਨਾ, ਉੱਤੇ ਟੈਂਕੀ ਰੱਖੀ ਹੋਵੇ, ਜੇ ਉਸ ਟੈਂਕੀ ਦੇ ਵਿੱਚ ਪਾਣੀ ਚੜਾਉਣਾ ਹੈ ਨਾ, ਸਾਨੂੰ ਇੱਕ ਕੰਮ ਕਰਨਾ ਪੈਂਦਾ। ਥੱਲੜੀਆਂ ਜਿਹੜੀਆਂ ਟੂਟੀਆਂ ਚੱਲਦੀਆਂ ਪਈਆਂ ਨੇ ਨਾ, ਉਹਨਾਂ ਨੂੰ ਬੰਦ ਕਰਨਾ ਪਵੇਗਾ। ਥੱਲੇ ਜਿਹੜਾ ਪ੍ਰੈਸ਼ਰ ਜਾ ਰਿਹਾ ਨਾ, ਉਹਨੂੰ ਬੰਦ ਕਰਨਾ। ਥੱਲੇ ਵਾਲੀਆਂ ਟੂਟੀਆਂ ਬੰਦ ਹੋ ਜਾਣਗੀਆਂ, ਉੱਪਰ ਪਾਣੀ ਆਪਣੇ ਆਪ ਪਹੁੰਚ ਜੂਗਾ। ਆਹ ਜਿਹੜੀਆਂ ਸਾਡੀਆਂ ਅੱਖਾਂ, ਕੰਨ, ਹੱਥ, ਪੈਰ, ਇੱਥੇ ਟੂਟੀਆਂ ਖੁੱਲੀਆਂ ਪਈਆਂ ਨੇ ਨਾ, ਇਹ ਮਾੜਾ ਤੱਕਦੇ ਨੇ, ਇਹ ਮਾੜਾ ਬੋਲਦੇ ਨੇ, ਜ਼ਬਾਨ ਮਾੜਾ ਬੋਲਦੀ ਹੈ, ਕੰਨ ਮਾੜਾ ਸੁਣਦੇ ਨੇ, ਅੱਖਾਂ ਮਾੜਾ ਦੇਖਦੀਆਂ ਨੇ। ਇਹਨਾਂ ਟੂਟੀਆਂ ਨੂੰ ਬੰਦ ਕਰਨਾ, ਸੁਰਤ ਦੇ ਵਿੱਚ ਪਰਮਾਤਮਾ ਦੀ ਯਾਦ ਆਪਣੇ ਆਪ ਵਸ ਜੂਗੀ। ਉਹ ਅਸੀਂ ਕਰਨਾ ਨਹੀਂ ਚਾਹੁੰਦੇ। ਬਸ ਇਹ ਹੈ, ਕੁਝ ਦੇ ਪ੍ਰਗਟ ਹੋ ਜਾਂਦੇ ਨੇ ਕਰਮ, ਕਈਆਂ ਦੇ ਪ੍ਰਗਟ ਨਹੀਂ ਹੁੰਦੇ, ਅੰਦਰ ਖਾਤੇ ਵੀ ਕਰੀ ਜਾਂਦੇ ਨੇ। ਸਤਿਗੁਰੂ ਆਖਦੇ ਨੇ ਤਤੈ ਤਾਰੂ ਭਵਜਲ ਹੋਵਾ। ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਤੈਨੂੰ ਇਹਨਾਂ ਭਾਵਨਾਵਾਂ ਦੇ ਜਲ ਚੋਂ ਬਚਾ ਸਕਦਾ ਹੈ। ਲੋਭ ਲਹਿਰ ਅਤ ਨੀਝਰ ਬਾਜੈ। ਭਗਤ ਨਾਮਦੇਵ ਜੀ ਕਹਿੰਦੇ ਕਾਇਆ ਡੂਬੇ ਕੇਸਵਾ। ਹੇ ਰੱਬ ਜੀ, ਲੋਭ ਦੀਆਂ ਲਹਿਰਾਂ ਇਹੋ ਜੀਆਂ ਜ਼ਬਰਦਸਤ ਨੇ ਨਾ, ਮੈਂ ਤੇ ਇਹਨਾਂ ਦੇ ਵਿੱਚ ਡੁੱਬਦਾ ਰਹਿਣਾ। ਕਦੇ ਡੁੱਬ ਜਾਣਾ, ਕਦੇ ਨਿਕਲ ਜਾਣਾ, ਕੰਮ ਹੋ ਜਾਂਦਾ, ਕਈ ਵਾਰੀ ਨਹੀਂ ਬਣਦਾ, ਇਹਦੇ ਵਿੱਚ ਹੀ ਲੱਗੇ ਹੁੰਦੇ ਆ। ਆ ਵੇਖੋ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਨਾ ਨਹੀਂ ਕੀਤਾ, ਚਲੇ ਗਏ ਮਸੀਤ ਵਿੱਚ। ਕਾਜੀ ਤੇ ਦੌਲਤ ਖਾਨ ਨਵਾਬ ਕਹਿੰਦਾ ਮੇਰੇ ਨਾਲ ਨਮਾਜ਼ ਪੜ੍ਹੋ, ਸਾਡੇ ਨਾਲ। ਸਤਿਗੁਰਾਂ ਨੇ ਕਿਹਾ ਠੀਕ ਹੈ। ਉਹ ਨਮਾਜ਼ ਪੜ੍ਹਦੇ ਨੇ, ਪਾਤਸ਼ਾਹ ਜੀ ਉਹਨਾਂ ਨੂੰ ਵੇਖ ਕੇ ਹੱਸਦੇ ਨੇ। ਬਾਅਦ ਵਿੱਚ ਕਿਸੇ ਦੱਸ ਦਿੱਤਾ, ਕਹਿੰਦੇ ਬਾਬੇ ਨੇ ਕਿੱਥੇ ਤੁਹਾਡੇ ਨਾਲ ਨਮਾਜ਼ ਪੜ੍ਹੀ? ਕਹਿੰਦੇ ਕਿਉਂ? ਕਹਿੰਦੇ ਤੇ ਹੱਸ ਰਿਹਾ ਸੀ, ਕਾਜੀ ਵੀ ਔਖਾ ਹੋਇਆ ਤੇ ਨਵਾਬ ਵੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਨੇ ਕਿਹਾ ਨਾ, ਕਹਿੰਦੇ ਨਵਾਬ ਜੀ, ਕਾਜੀ ਸਾਹਿਬ ਜੀ ਬੈਠਕਾਂ ਬਹੁਤ ਸੋਹਣੀਆਂ ਲਾਈਆਂ। ਉਹ ਦੇਖ ਕੇ ਹੈਰਾਨ, ਕਹਿੰਦੇ ਬੈਠਕਾਂ ਬਹੁਤ ਸੋਹਣੀਆਂ ਲਾਈਆਂ, ਡੰਡ ਬਹੁਤ ਸੋਹਣੇ ਮਾਰੇ ਤੁਸੀਂ। ਕਹਿੰਦੇ ਤੁਹਾਨੂੰ ਪਤਾ ਹੈ ਅਸੀਂ ਨਮਾਜ਼ ਪੜ੍ਹੀ ਹੈ, ਡੰਡ ਬੈਠਕਾਂ ਥੋੜੀਆਂ ਮਾਰੀਆਂ। ਕਹਿੰਦੇ ਨੇ ਨਹੀਂ, ਬੈਠਕਾਂ ਹੀ ਮਾਰੀਆਂ। ਉਹ ਕਿਵੇਂ ਕਹਿ ਸਕਦੇ? ਫਿਰ ਸਤਿਗੁਰੂ ਨੇ ਕਿਹਾ ਨਵਾਬ ਜੀ, ਤੁਸੀਂ ਤੇ ਕਾਬਲ ਵਿੱਚ ਘੋੜੇ ਖਰੀਦ ਰਹੇ ਸੀ, ਨਮਾਜ਼ ਵਿੱਚ ਹੈਗੇ ਸੀ ਤੁਸੀਂ, ਆ ਟੂਟੀ ਬੰਦ ਕਰਨੀ ਪੈਣੀ ਨਾ ਜੀ। ਤੁਸੀਂ ਨਮਾਜ਼ ਵਿੱਚ ਹੈਗੇ ਸੀ। ਕਾਜੀ ਕਹਿੰਦਾ ਚਲੋ ਨਵਾਬ ਜੀ ਘੋੜੇ ਖਰੀਦ ਲਏ ਹੋਣਗੇ, ਮੈਂ ਤੇ ਹੈਗਾ ਸੀਗਾ ਨਾ, ਕਿਉਂ ਨਹੀਂ? ਧਰਮ ਦਾ ਚੋਲਾ ਪਾਇਆ ਹੋਇਆ, ਮੈਂ ਤੇ ਹੈ ਸੀ, ਮੇਰੇ ਨਾਲ ਪੜ੍ਹ ਲੈਣੀ ਸੀ। ਸਤਿਗੁਰੂ ਕਹਿੰਦੇ ਤੁਸੀਂ ਵੀ ਤੇ ਘੋੜੀ ਦੀ ਬਛੇਰੀ ਦੇ ਮਗਰ ਦੌੜਦੇ ਪਏ ਸੀ, ਕਿੱਥੇ ਖੂਹ ਵਿੱਚ ਨਾ ਡਿੱਗ ਜਾਵੇ। ਕਾਜੀ ਨੂੰ ਵੀ ਜਵਾਬ ਨਹੀਂ ਆਇਆ। ਬਸ ਇੰਨਾ ਕੁ ਯਤਨ ਆਪਾਂ ਵੀ ਕਰ ਲਈਏ। ਇਹਨਾਂ ਦੋਹਾਂ ਨੇ ਕਬੂਲ ਲਿਆ ਸੀ, ਨਵਾਬ ਨੇ ਵੀ ਕਬੂਲ ਲਿਆ ਸੀਗਾ, ਮੈਂ ਸੱਚ ਹੈ ਨਮਾਜ਼ ਪੜ੍ਹਦਾ ਹੋਇਆ ਕਾਬਲ ਵਿੱਚ ਘੋੜੇ ਖਰੀਦਣ ਦੇ ਚੱਕਰ ਵਿੱਚ ਸੀ। ਕਾਜੀ ਨੇ ਵੀ, ਅਸੀਂ ਮੰਨ ਕੇ ਤਿਆਰ ਨਹੀਂ ਹੋਇਆ।
ਤਾਂ ਹੀ ਬੇਨਤੀ ਪਹਿਲਾਂ ਕੀਤੀ, ਕੁਝ ਦੇ ਪ੍ਰਗਟ ਹੁੰਦੇ ਨੇ, ਕੁਝ ਦੇ ਪ੍ਰਗਟ ਨਹੀਂ ਹੁੰਦੇ। ਹੁਣ ਦੋਹੇ ਤੇ ਮੰਨ ਗਏ ਸੀਗੇ ਨਾ, ਤੇ ਜਿਹੜੇ ਮੰਨ ਜਾਂਦੇ ਨੇ ਉਹਨਾਂ ਦਾ ਰੋਗ ਕੱਟਿਆ ਜਾਂਦਾ ਹੈ। ਜਿਹੜੇ ਮੰਨ ਲੈਂਦੇ ਨਾ ਮੈਂ ਮਾੜਾ ਹਾਂ, ਉਹ ਚੰਗਾ ਹੋ ਜਾਂਦਾ ਹੈ। ਜਿਹੜਾ ਸਦ ਸੰਗਤ ਮਾੜਾ ਹੋਣ ਤੋਂ ਵੀ ਬਾਅਦ ਆਖੇ ਨਾ ਮੈਂ ਚੰਗਾ, ਮੇਰੇ ਵਰਗਾ ਕੋਈ ਨਹੀਂ, ਸਮਝ ਲੈਣਾ ਬਰਬਾਦੀ ਦੇ ਰਾਹ ਤੇ ਤੁਰਿਆ, ਬਚੂਗਾ ਕੋਈ ਨਹੀਂ। ਉਹਦੀ ਮੈਂ ਹੈ ਨਾ ਆਕੜ ਉਹਦੀ ਆਪ ਦੀ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਜੇ ਕਹਿੰਦੇ ਤੁਸੀਂ ਤਰਨਾ ਹੈ ਨਾ ਇਹਨਾਂ ਭਾਵਨਾਵਾਂ ਦੇ ਜਲ ਚੋਂ, ਵੇਖੋ ਇਹ ਸੱਚ ਹੈ। ਖਿਮਾ ਕਰਨਾ, ਗੁਟਕਾ ਸਾਹਿਬ ਫੜ ਕੇ, ਮਾਲਾ ਫੜ ਕੇ ਵੀ ਆਪਾਂ ਡੁੱਬ ਹੀ ਜਾਂਦੇ ਆ। ਕਦੇ ਕਿੱਥੇ ਸੁਰਤ ਭੱਜਦੀ ਹੈ, ਕਿਉਂ? ਬਾਬਾ ਜੀ ਕਹਿੰਦੇ ਕਬੀਰ ਮਨ ਪੰਖੀ ਭਇਆ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਕਹਿੰਦੇ ਇਹ ਮਨ ਇਹੋ ਜਿਹਾ ਹੈ ਜਿਵੇਂ ਪੰਛੀ ਹੁੰਦਾ ਹੈ, ਪੰਛੀ ਕਦੇ ਕਿਸੇ ਡਾਲ ਤੇ ਕਦੇ ਕਿਸੇ ਡਾਲ ਤੇ ਵੀ ਦਈ ਕਰਦਾ ਹੈ। ਫਿਰ ਕਰੀਏ ਕੀ ਜੀ? ਕਹਿੰਦੇ ਇਹਨੂੰ ਨਾਮ ਰੂਪੀ ਬੇੜੇ ਵਿੱਚ ਚਾੜ ਦੋ। ਤੇ ਚੜਨ ਦੀਆਂ ਸ਼ਰਤਾਂ ਆਪਾਂ ਵਿਚਾਰ ਚੁੱਕੇ ਹਾਂ। ਆਪਣੀ ਮਰਜ਼ੀ ਨਹੀਂ ਨਾ ਚੱਲੂਗੀ, ਉਹਨਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਨੇ ਸੀਟ ਦਿੱਤੀ ਉੱਥੇ ਬੈਠਣਾ ਪੈਣਾ ਹੈ। ਜਾਂ ਜਿਸ ਹਿਸਾਬ ਨਾਲ, ਚਲੋ ਕਈ ਵਾਰੀ ਪੈਸੇ ਦੇ ਕੇ ਚੰਗੀ ਵੀ ਲੈ ਲੈਂਦੇ ਆ, ਪਰ ਜਿਹੜੇ ਰੂਲ ਨੇ ਉਹਨਾਂ ਨੂੰ ਤੇ ਫੋਲੋ ਕਰਨਾ ਪੈਣਾ। ਸਤਿਗੁਰੂ ਕਹਿੰਦੇ ਧਰਮ ਦੀ ਦੁਨੀਆ ਦੇ ਵਿੱਚ ਜੇ ਆਉਣਾ ਹੈ ਨਾ, ਰੱਬੀ ਪ੍ਰੇਮ ਨੂੰ ਪ੍ਰਾਪਤ ਕਰਨਾ ਪੈਣਾ, ਤੇ ਫਿਰ ਤੈਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ। ਅਗਲਾ ਵਚਨ ਕਹਿੰਦੇ ਨੇ, ਤਾਕਾ ਅੰਤ ਨਾ ਪਾਇਆ, ਪਰਮਾਤਮਾ ਦਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ। ਵੇਖੋ ਹਰ ਇੱਕ ਜਹਾਜ਼ ਦੀ ਨਾ ਕਪੈਸਿਟੀ ਹੈਗੀ, ਭਾਵੇਂ ਏਰੋਪਲੇਨ ਹੈ, ਹਵਾਈ ਜਹਾਜ਼ ਹੈ, ਭਾਵੇਂ ਪਾਣੀ ਵਾਲਾ ਹੈ, ਭਾਵੇਂ ਕਿ ਸਦ ਸੰਗਤ ਇੱਕ ਬੱਸ ਹੈ। ਵਿਚਾਰਨਾ ਨਾ ਕਦੇ, ਉਹਨਾਂ ਦੀ ਇੱਕ ਸੀਮਿਤ ਜਗ੍ਹਾ ਹੈ, ਉਨੇ ਬੰਦੇ ਹੀ ਬਹਿ ਸਕਦੇ, ਉਹਦੇ ਤੋਂ ਵੱਧ ਉਹ ਬਿਠਾਉਂਦੇ ਵੀ ਨਹੀਂ। ਉਹ ਕਹਿੰਦੇ ਬੈਲੈਂਸ ਖਰਾਬ ਹੋ ਸਕਦਾ ਹੈ। ਪਰ ਪਰਮਾਤਮਾ ਦਾ ਨਾਮ ਰੂਪੀ ਜਹਾਜ਼ ਜਿਹੜਾ ਹੈ ਨਾ, ਉਹਦੀ ਸੀਮਾ ਕੋਈ ਨਹੀਂ। ਭਾਵੇਂ ਸਾਰੀ ਦੁਨੀਆ ਚੜ ਜਾਵੇ, ਸਾਰੀ ਦੁਨੀਆ ਹੀ ਪਾਰ ਲੰਘ ਜਾਊਗੀ। ਸਾਰੀ ਦੁਨੀਆ ਚੜ ਜਾਵੇ, ਸਾਰੀ ਦੁਨੀਆ। ਸੰਸਾਰ ਦੇ ਜਹਾਜ਼ ਜਿਹੜੇ ਨੇ ਉਹਨਾਂ ਦੀ ਕਪੈਸਿਟੀ ਹੈਗੀ ਹੈ। ਪਰਮਾਤਮਾ ਦਾ ਨਾਮ ਰੂਪੀ ਜਹਾਜ਼ ਜਿਹੜਾ ਹੈ ਨਾ ਜੀ, ਉੱਥੇ ਤੇ ਭਾਵੇਂ ਸਾਰੀ ਦੁਨੀਆ ਚੜ ਜਾਵੇ। ਤਾਂ ਹੀ ਸਤਿਗੁਰੂ ਨੇ ਕਿਹਾ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਜਿਹੜੇ ਜਿਹੜੇ ਵੀ ਜਪ ਲੈਣਗੇ ਸਾਰੇ ਪਾਰ ਉਤਰ ਜਾਣਗੇ। ਇਹ ਨਹੀਂ ਕਿ ਜੀ ਹੁਣ ਬੱਸ ਫੁੱਲ ਹੋ ਗਈ, ਹੁਣ ਨਹੀਂ ਇਹਦੇ ਵਿੱਚ ਬੰਦੇ ਆਣੇ। ਸਤਿਗੁਰੂ ਕਹਿੰਦੇ ਨੇ, ਤਾਕਾ ਅੰਤ ਨਾ ਪਾਇਆ, ਰੱਬ ਦਾ ਨਹੀਂ ਅੰਤ ਕੋਈ ਪਾ ਸਕਦਾ। ਨਾ ਤਰ ਨਾ ਤੁਲਖਾ, ਆਖ ਦੇਣਾ ਚਾਹੀਦਾ ਕਿ ਰੱਬ ਜੀ, ਨਾ ਤੇ ਸਾਡੇ ਕੋਲੇ ਬੇੜੀ ਹੈ, ਨਾ ਆਉਂਦੀ ਸਾਨੂੰ ਚਲਾਉਣੀ। ਨਾ ਤਰ ਨਾ ਤੁਲਖਾ, ਹਮ ਬੂਢਸ, ਅਸੀਂ ਤੇ ਆਪਣੇ ਕਰਮਾਂ ਕਰਕੇ ਡੁੱਬਣ ਲੱਗੇ ਹਾਂ। ਤਾਰ ਲੇਹ ਤਾਰਨ ਰਾਇਆ, ਹੇ ਤਾਰਨ ਵਾਲੇ ਰੱਬ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਤਾਰ ਲਵੋ। ਤਾਰ ਲੈ ਤਾਰਨ ਰਾਇਆ, ਰੱਬ ਜੀ ਤੁਸੀਂ ਦੁਨੀਆ ਨੂੰ ਤਾਰਨ ਵਾਲੇ ਕੋ, ਕਿਰਪਾ ਕਰਕੇ ਸਾਨੂੰ ਵੀ ਤਾਰ ਲਓ। ਕਿਉਂ? ਸਾਨੂੰ ਜਹਾਜ਼ ਵਿੱਚ ਤੇ ਬੈਠਣਾ ਆਉਂਦਾ ਹੈ, ਸਾਨੂੰ ਪਾਣੀ ਦੇ ਜਹਾਜ਼ ਵਿੱਚ ਵੀ ਬੱਸ ਵੀ ਚਲਾ ਲੈਂਦੇ ਆ। ਆ ਜਿਹੜਾ ਨਾਮ ਰੂਪੀ ਜਹਾਜ਼ ਹੈ, ਇਹ ਹੈ ਵੀ ਤੁਹਾਡੇ ਕੋਲੇ ਦੇ ਵਿੱਚ ਬਿਠਾਓਗੇ ਵੀ ਤੁਸੀਂ, ਟਿਕਟ ਵੀ ਤੁਸੀਂ ਦੇਣੀ ਹੈ। ਨਾਲੇ ਸਾਡੇ ਕੋਲੇ ਨਹੀਂ ਹੈ, ਅਸੀਂ ਸੰਸਾਰ ਤੋਂ ਤੇ ਤਰਨਾ ਜਾਣਦੇ ਆ, ਵਿਕਾਰਾਂ ਦੇ ਵਿੱਚ ਤੇ ਅਸੀਂ ਫਸ ਜਾਂਦੇ ਆ ਨਾ। ਤਾਂ ਹੀ ਤੇ ਕਿਹਾ ਸੀਗਾ ਬਾਬਾ ਨਾਮਦੇਵ ਜੀ ਨੇ, ਮੈਂ ਅਜਾਨ ਜਨ ਤਰਵੇ ਨਾ ਜਾਣੂ। ਹੇ ਰੱਬ ਜੀ, ਮੈਂ ਅਜਾਨ ਹਾਂ, ਮੈਨੂੰ ਨਹੀਂ ਤਰਨਾ ਆਉਂਦਾ। ਮੂੰਹ ਕੋ ਬਾਹ ਦੇ ਬਾਪ ਬੀਠਲਾ, ਐਂ ਕਰ ਮੈਨੂੰ ਆਪਣੀ ਬਾਹ ਫੜਾ ਦੇ, ਮੈਂ ਰੱਬ ਜੀ ਤੁਹਾਡੀ ਬਾਹ ਫੜ ਕੇ ਤਰ ਜਾਵਾਂਗਾ। ਹਾਂ, ਮੈਂ ਅਜਾਨ ਜਨ ਤਰਵੇ ਨਾ ਜਾਣੂ, ਮੈਂ ਤੇ ਅਣਜਾਣ ਹਾਂ, ਮੈਨੂੰ ਨਹੀਂ ਤਰਨਾ ਆਉਂਦਾ, ਤੁਸੀਂ ਕਿਰਪਾ ਕਰਕੇ ਬਾਹ ਫੜਾ ਦੋ। ਨਾ ਤਰ ਨਾ ਤੁਲਖਾ, ਰੱਬ ਜੀ ਨਾ ਸਾਡੇ ਕੋਲ ਬੇੜੀ ਹੈ, ਨਾ ਬੇੜੀ ਚਲਾਉਣ ਦਾ ਸਾਨੂੰ ਕੋਈ ਵੱਲ ਹੈਗਾ। ਹਮ ਬੂਢਸ, ਅਸੀਂ ਤੇ ਡੁੱਬ ਜਾਣਾ ਹੈ। ਤਾਰ ਲੇਹ ਤਾਰਨ ਰਾਇਆ, ਹੇ ਸੰਸਾਰ ਨੂੰ ਤਾਰਨ ਵਾਲੇ ਰੱਬ ਜੀ, ਕਿਰਪਾ ਕਰੋ ਸਾਨੂੰ ਵੀ ਤਾਰ ਲਓ। ਤੇ ਹੋ ਹੀ ਨਹੀਂ ਸਕਦਾ ਕਿ ਉਹ ਨਾ ਤਾਰੇ, ਹੋ ਹੀ ਨਹੀਂ ਸਕਦਾ। ਸੰਸਾਰੀ ਮੁਕਰ ਜਾਣਗੇ, ਉਹ ਨਹੀਂ ਜੇ ਮੁਕਰਦਾ। ਵੱਡੀ ਗੱਲ ਹੈ ਤੁਸੀਂ ਸਮਰਪਿਤ ਹੋ ਕੇ ਬਹਿ ਜਾਣਾ। ਮੈਂ ਤੇ ਹੈਰਾਨ ਹੋਣਾ ਕਈ ਵਾਰੀ ਜਦੋਂ ਸਵਾਲ ਹੁੰਦੇ ਨਾ ਜੀ, ਕੀ ਹੋਵੇਗਾ ਨਾਮ ਜਪ ਕੇ, ਕੀ ਹੋਵੇਗਾ ਭਗਤੀ ਕਰਕੇ, ਪਾਰ ਉਤਰਾਂਗੇ ਵੀ ਜਾਂ ਨਹੀਂ। ਜਹਾਜ਼ ਵਿੱਚ ਬਹਿ ਕੇ ਕਦੇ ਪਾਇਲਟ ਨੂੰ ਪੁੱਛਦੇ ਹੋ
कि सानू इत्थों इंडिया तो कैनेडा पहुँचा देगा, कदे भी नहीं। बह जाने चुप करके, जिमें जिमें एयर होस्टेस आके कहती है बैल्ट ला लो, ऐ बैल्ट ला ली, आ नहीं करना नहीं, ऐ बिल्कुल मनते हैं। कदे पायलट नूं नहीं पूछा सानू पहुँचा देगा, ट्रेन वाले ड्राइवर नूं नहीं पूछा, जहाज वाले नूं नहीं पूछा। जे इन्हां लोकां ते आम सधारण बंदियां ते इन्ना विश्वास है, जे इन्हां ने बिठाया ते सानू कैनेडा पहुँचा देणगे, ट्रेन ए थां तो ओ थां पहुँचा दूगी। वो ते सद संगत परमात्मा अकाल पुरख वाहिगुरू सच्चा सतगुरु है। जे सधारण बंदा सद संगत ओदे ते विश्वास इन्ना है, गुरु दे उत्ते ते इहदे नालों चौगुना होना चाहिए सी। उधर नूं नहीं साडा विश्वास है, खिमा करना मैनूं। कई बारी ओदे ते साडा विश्वास है, जिहड़ा मरे तो बाद 4 मंत्र पढ़ के कहंदा जी भुजा दित्ता तुहाडा बंदा सचखंड नूं। मेरे वर्गे ते भी है जिहड़ा अरदास विच कह दिंदा है जी अपने चरनां विच निवास बख्शिश करना। ना, दाता जी कहंदे निवास बख्शना जां ना बख्शना वो तेरे कर्मां ते डिपेंड करदा है। अपन हत्थी अपना आपे ही काज सवारिए, ये काम तू आप करना है, होर कोई थोड़ी करेगा। हाँ प्रबंध तू कर ले, बह जा बेड़ी विच, तू बैठेगा तू भी पहुंच जाएगा, जिहड़ा नहीं बैठूगा। कई ते ना वो स्टेशन के किनारे खलो के देखते होंगे ने, पुछ भी लेंदे आ ट्रेन किधर जाती है, कई फिर उत्थे ही काम लंघ जाता है, कोले खलोते ही ना। जे पहुंचना है किथे तो फिर ते चढ़ना पऊगा ना, पुछ गिछ वाला काम नहीं है, इत्थे ते चढ़न वाला है। अगला वचन कहते सतगुरु थथै थान थनंतर सोई, जा का किया सब होवा। थथा अखर ये प्रेरणा देंदा, थान थनंतर, थान धरती, थन अंतर, ये धरती दे थले हर थां ते सोई ओ अकाल पुरख वाहिगुरु हर थां ते है। जाका किया सब होवा, जिदा किता होया इस दुनिया दे विच घट रहा है, ओदा किता ही सब कुछ हो रहा है। आ सद संगत दिन दा होना रात दा होना, विचारी ते कदे बंदा कहंदा जी मेरे करके हो रहा, नहीं। जदों साडे करके हुंदा ना, रोज खबरां छपियां हुंदियां ने, अज गड्डी इधर दी इधर वजी, हुण इह ना कह लेना कि रब ने वजवाई गड्डी। रब ने क्या सीगा शराब पी रज के ते फिर जाके मार, नहीं। रब दी बनाई कोई चीज़ां कदे आपस विच टकरांदियां ने, कदे सुनिया तुसी सूरज ते चंद्रमा आपस विच टकरा गए जी, बहुत वड्डा नुकसान होया। 2 तारे आपस विच टकराए, उन्हां दा बहुत वड्डा एक्सीडेंट होया, कदे नहीं। क्यों? वो परमात्मा दे हुक्म दे विच ने। भै विच पवन वह सदवाओ, भै विच चलने लख दरियाओ, परमात्मा दे हुक्म विच ने। असी हुक्म तो बाहर होए, इस करके दुख भोग रहे हाँ। इसलिए जाका किया सब होवा, ओदा किता ही हो रहा है, आपां ओदे पैदा किते होए हाँ। ताई मेरे वर्गा सद संगत इत्थे बोल रहे है, तुसी सुन रहे हो, नौकरी ते जांदे हो, कोई अफसर है, कोई सद संगत पियन है, जिहड़ा चपड़ासी है, ये सब कुछ ओदा किता होया, वो नहीं बनाए ने। क्या भरम क्या माया कही है, जो तिस भावे सोई भला। कहते ये जिहड़े भरम ने ना, ये जिहड़ी माया की भी आपां गल करदे हाँ, परमात्मा ने ये दुनिया दे विच माया पैदा कीती सी सहायक बन सके साडी। पर जिहड़ा हुण सद संगत दिन रात माया दे विच ही फसिया पिया ना, उहदे लई रब की करूगा, विचारना कदे। भरम है कि भरम है कि मैं कुछ खां, मेरा करके कुछ हो रहा है। परमात्मा ने ते बनाया सी ना तैनू, हुण तू भरम पाल के बह जावे कि मेरे तो बिना काम चलना ही नहीं है। सतगुरु आखदे फिर पाली चल, रब नूं थोड़ी फर्क पै रहा तेरे भरम पाले तो कि मेरा करके कुछ होवेगा। क्या भरम क्या माया कही है। कहते किसनू भरम आखां किसनू माया कहां, जो तिस भावै सोई भला। जो रब नूं चंगा लगदा है साडे लई ओही चंगा है, जो सानू चंगा लगदा है वो साडे लई चंगा नहीं है। जो सानू चंगा लगदा है ना, खिमा करना, वो साडे लई चंगा नहीं है। परेशानी एक है, इंसान जो कुछ आप सोचदा ये ओनू ठीक मन्नी जाना है। ताई ते सतगुरु ने क्या कहते, काच विहाजन कंचन छोड़न।
ਕਾਚ ਵਿਹਾਜਨ ਕੰਚਨ ਛੋਡਨ। ਉਸ ਮੂਰਖ ਬਾਰੇ ਕਹਿੰਦੇ ਤੁਸੀਂ ਕੀ ਆਖੋਗੇ? ਸਤਿਗੁਰੂ ਕਿਹਦੇ ਬਾਰੇ? ਕਾਚ ਵਿਹਾਜਨ, ਜਿਹੜਾ ਕੱਚ ਦੇ ਟੋਟੇ ਇਕੱਠੇ ਕਰਦਾ ਹੋਵੇ, ਤੇ ਕੰਚਨ ਛੋਡਨ, ਸੋਨੇ ਦੀਆਂ ਮੋਹਰਾਂ ਨੂੰ, ਸੋਨੇ ਦੇ ਗਹਿਣਿਆਂ ਨੂੰ ਠੋਕਰ ਮਾਰਦਾ ਹੋਵੇ। ਦੁਨੀਆਦਾਰ ਪਤਾ ਉਹਨੂੰ ਕੀ ਆਖਣਗੇ? ਇਹ ਮੈਂਟਲੀ ਡਿਸਟਰਬ ਹੈ, ਇਹਦਾ ਦਿਮਾਗ ਠੀਕ ਨਹੀਂ ਹੈ, ਪਾਗਲ ਕਹਿਣਗੇ ਉਹਨੂੰ। ਸਾਹਮਣੇ ਸੋਨਾ ਪਿਆ, ਸੋਨੇ ਨੂੰ ਐ ਠੋਕਰ ਮਾਰ ਕੇ ਪਰਾਂ ਕਰ ਦਿੰਦਾ ਹੈ, ਤੇ ਸਦ ਸੰਗਤ ਕੱਚ ਦੀਆਂ ਬੋਰੀਆਂ ਭਰੀ ਜਾਂਦਾ ਹੈ। ਦਾਤਾ ਜੀ ਕਹਿੰਦੇ ਇਨਸਾਨ ਇਦਾਂ ਹੀ ਕਰ ਰਿਹਾ ਹੈ, ਕੱਚੀ ਮਾਇਆ ਦੀਆਂ ਬੋਰੀਆਂ ਭਰ ਰਿਹਾ, ਬਹੁਤ ਕੁਝ ਇਕੱਠਾ ਕਰ ਰਿਹਾ। ਕੰਚਨ ਛੋਡਨ, ਪਰਮਾਤਮਾ ਦਾ ਨਾਮ ਸੋਨੇ ਵਰਗਾ, ਉਹਨੂੰ ਛੱਡੀ ਜਾਂਦਾ ਹੈ। ਤਾਂ ਹੀ ਕਿਹਾ ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਕਰੈ। ਤੇ ਪਤਾ ਫਿਰ ਉਪਾਧੀ ਕੀ ਦਿੱਤੀ? ਕਹਿੰਦੇ ਚੰਦਨ ਲੇਪ ਉਤਾਰੇ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਕਹਿੰਦੇ ਇਹ ਕੰਮ ਖੋਤੇ ਵਾਲਾ ਹੈ। ਖੋਤੇ ਨੂੰ ਕਹਿੰਦੇ ਚੰਦਨ ਲਾ ਦੋ, ਚੰਗੀ ਤਰ੍ਹਾਂ ਨਵਾ ਦੋ, ਉਹਨੇ ਪਤਾ ਕੀ ਕਰਨਾ? ਨਵਾ ਧਵਾ ਕੇ ਉਹਨੂੰ ਬਿਠਾ ਦੋ, ਉਹਨੇ ਜਾ ਕੇ ਕਹਿੰਦੇ ਮਿੱਟੀ ਦੇ ਵਿੱਚ ਨਾ, ਧੂੜ ਦੇ ਵਿੱਚ ਹੀ ਲੋਟਣੀਆਂ ਲਾਉਣੀਆਂ ਨੇ, ਜਿੰਨਾ ਮਰਜ਼ੀ ਸਾਫ਼ ਕੀਤਾ। ਕਹਿੰਦੇ ਇਨਸਾਨ ਵੀ ਇਹੀ ਕੁਝ ਕਰ ਰਿਹਾ ਹੈ। ਰੱਬ ਨੂੰ ਛੱਡ ਕੇ ਤੁਰਿਆ ਕਿਸ ਪਾਸ? ਵੇਖੋ, ਨਾ ਕਮਾਉਣ ਤੋਂ ਮਨਾ ਕੀਤਾ ਹੈ। ਦੁਬਾਰਾ ਬੇਨਤੀ ਦੁਹਰਾ ਦੇਵਾਂ, ਕਮਾਉਣ ਤੋਂ ਨਹੀਂ ਮਨਾ ਕੀਤਾ। ਸਤਿਗੁਰੂ ਕਹਿੰਦੇ ਕਮਾ, ਪਰ ਇਹ ਨਾ ਹੋਵੇ ਇਹਦੇ ਜੋਗਾ ਹੀ ਰਹਿ ਜਾਵੇ। ਇਹ ਗੱਲ ਵੀ ਧਿਆਨ ਵਿੱਚ ਰੱਖ ਕੇ ਚੱਲੀ। ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਸਤਿਗੁਰੂ ਕਹਿੰਦੇ ਕਿਆ ਭਰਮ ਕਿਆ ਮਾਇਆ ਕਹੀ ਹੈ। ਕਹਿੰਦੇ ਤੂੰ ਕਿਹੜੇ ਭਰਮਾਂ ਦੇ ਚੱਕਰ ਵਿੱਚ ਪਿਆ, ਕਿਹੜੀ ਮਾਇਆ ਦੇ ਚੱਕਰ ਵਿੱਚ ਪਿਆ ਹੈ? ਹੋ ਪਾਸੇ ਜੋ ਤਿਸ ਭਾਵੈ ਸੋਈ ਭਲਾ, ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਤੇਰੇ ਲਈ ਉਹ ਚੰਗਾ ਹੈ। ਉਹ ਕਰਮ ਉੱਤੇ ਧਿਆਨ ਦੇ, ਉਹ ਭਗਤੀ ਵੱਲ ਚੱਲ, ਉਹ ਤੇਰੇ ਲਈ ਚੰਗਾ ਹੈ। ਇਹਦੇ ਲਈ ਫਿਰ ਆਪਾਂ ਪਿੱਛੇ ਪੜ ਆਏ ਹਾਂ। ਇਹਦੇ ਲਈ ਕੀ ਕਰਨਾ ਪੈਣਾ ਜੀ? ਸਾਨੂੰ ਆਪਣੀ ਸਿਆਣਪ ਛੱਡਣੀ ਪੈਣੀ ਹੈ, ਤਾਂ ਹੀ ਤੇ ਆਪਾਂ ਭਲਾ ਮੰਨਾਂਗੇ ਨਾ। ਨਹੀਂ ਤੇ ਇਨਸਾਨ ਤੇ ਕਹਿ ਰਿਹਾ ਮੇਰੇ ਲਈ ਤੇ ਇਹੀ ਠੀਕ ਹੈ, ਪਰ ਸਤਿਗੁਰੂ ਕਹਿੰਦੇ ਨੇ ਨਹੀਂ। ਪਿਓ ਨੂੰ ਪਤਾ ਹੁੰਦਾ ਹੈ ਪੁੱਤ ਨੂੰ ਕੀ ਦਬਾਉਣਾ ਹੈ, ਪਿਓ ਨੂੰ ਪਤਾ ਹੁੰਦਾ। ਕਈ ਵਾਰੀ ਤੇ ਬੱਚਾ ਇਹ ਕੁਝ ਜਿੱਦ ਕਰਕੇ ਬਹਿ ਜਾਂਦਾ ਹੈ, ਮੈਂ ਹੀ ਚੀਜ਼ ਲੈਣੀ, ਪਿਓ ਨਹੀਂ ਦਵਾਉਂਦਾ, ਪਤਾ ਹੈ ਪਿਓ ਨੂੰ। ਕਾਰਨ ਕੀ ਹੈ? ਇਹ ਲੈ ਕੇ ਦਾ ਨੁਕਸਾਨ ਵੀ ਹੋ ਸਕਦਾ ਹੈ, ਇਹ ਲੈ ਕੇ ਦਾ ਨੁਕਸਾਨ ਵੀ ਹੋ ਸਕਦਾ ਹੈ। ਹੁਣ ਤੇ ਖਿਡੌਣਿਆਂ ਤੇ ਲਿਖਿਆ ਆਉਣ ਲੱਗ ਪਿਆ ਨਾ, ਕਿੰਨੀ ਸਾਲ ਦੇ ਜਾਂ ਕਿੰਨੀ ਉਮਰ ਵਾਲੇ ਬੱਚੇ ਲਈ ਕਿਹੜਾ ਖਿਡੌਣਾ ਹੈ, ਉਹ ਲਿਖ ਕੇ ਰੱਖਦੇ ਨੇ। ਪਿਓ ਤੇ ਪੜ੍ਹ ਲੈਂਦਾ, ਬੱਚੇ ਨੂੰ ਪੜ੍ਹਨਾ ਨਹੀਂ ਆਉਂਦਾ। ਬੱਚਾ ਕਹਿੰਦਾ ਮੈਂ ਤੇ ਇਹੀ ਲੈਣਾ ਹੈ, ਇਹੀ ਲੈਣਾ ਹੈ। ਪਿਓ ਕਹਿੰਦਾ ਨਹੀਂ ਪੁੱਤ, ਤੇਰੇ ਲਈ ਠੀਕ ਨਹੀਂ ਹੈ। ਹੁਣ ਬੱਚੇ ਨੂੰ ਸ਼ਾਇਦ ਇਹ ਲੱਗਦਾ ਹੋਵੇ ਕਿ ਮੇਰਾ ਬਾਪੂ ਮੈਨੂੰ ਦਬਾਉਣਾ ਨਹੀਂ ਚਾਹੁੰਦਾ, ਪਰ ਬਾਪੂ ਨੂੰ ਪਤਾ ਹੈ ਕਿ ਇਹ ਇਹਦੇ ਲਈ ਠੀਕ ਨਹੀਂ ਹੈ। ਗੁਰੂ ਨੂੰ ਵੀ ਪਤਾ ਹੈ ਕਿ ਮੇਰੇ ਸਿੱਖ ਦੇ ਲਈ ਕੀ ਠੀਕ ਹੈ ਤੇ ਕੀ ਠੀਕ ਨਹੀਂ ਹੈ। ਗੁਰੂ ਤੇ ਖੋੜਦਾ ਹੈ, ਗੁਰੂ ਮਨਾ ਕਰਦਾ ਹੈ। ਸਤਿਗੁਰੂ ਸਾਨੂੰ ਰੋਕਦੇ ਨੇ, ਪਰ ਆਪਾਂ ਕਹਿੰਦੇ ਆ ਕੀ ਲੈਣਾ ਹੈ, ਜੋ ਕੁਝ ਮਨ ਕਰਦਾ ਉਹ ਕਰੀਏ। ਸਤਿਗੁਰੂ ਫਿਰ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਤੂੰ ਆਪਣੀ ਮਰਜ਼ੀ ਕਰੇਗਾ, ਹੁਣ ਤੇ ਫਿਰ ਮਰਜ਼ੀ ਤੇਰੀ ਹੈ, ਕਰੀ ਚੱਲਣਾ। ਆਪਣੀ ਮਰਜ਼ੀ ਤੈਨੂੰ ਤੰਗ ਕਰੇਗੀ, ਤੇ ਗੁਰੂ ਦੀ ਮਰਜ਼ੀ ਸਤਿਗੁਰ ਕੈ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ। ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲੇਗਾ, ਸਮਝ ਲੈਣਾ ਉਹ ਗੁਰੂ ਦੇ ਨਾਮ ਰੂਪੀ ਜਹਾਜ਼ ਵਿੱਚ ਸਵਾਰ ਹੋ ਜਾਏਗਾ। ਫਿਰ ਆਓ ਯਤਨ ਕਰੀਏ। ਦਾਤਾ ਜੀ ਨੇ ਅੱਜ ਇਹਨਾਂ ਦੋਹਾਂ ਤੱਤੇ ਤੇ ਥੱਥੇ ਅੱਖਰ ਦੇ ਰਾਹੀਂ ਇਹੀ ਸਮਝਾਇਆ ਹੈ, ਪਰਮਾਤਮਾ ਦਾ ਨਾਮ ਜਹਾਜ਼ ਹੈ, ਉਹਦੇ ਵਿੱਚ ਜਿਹੜੇ ਸਵਾਰ ਹੋ ਜਾਣਗੇ। ਬਤੇਰੇ ਜਹਾਜ਼ ਖੜੇ ਨੇ ਜੀ, ਕਈ ਧਰਮ ਨੇ। ਮੈਨੂੰ ਇੰਨਾ ਪਤਾ ਹੈ ਬਾਬੇ ਨਾਨਕ ਦਾ ਜਹਾਜ਼ ਖੜਤਾ ਹੈ ਸਿੱਖਾ ਤੇਰੇ ਲਈ, ਤੂੰ ਚੜੇਗਾ ਤੇ ਗਰੰਟੀ ਵੀ ਹੈ ਬਾਬੇ ਨੇ ਪਾਰ ਜ਼ਰੂਰ ਲਾ ਦੇਣਾ। ਖਲੋਤੇ ਤੇ ਬਹੁਤ ਨੇ, ਬਹੁਤ ਕੁਝ ਖਲੋਤਾ ਹੈ, ਮੈਂ ਪਾਰ ਲੰਘਾ ਦਾਂਗਾ ਮੈਂ। ਸਤਿਗੁਰੂ ਕਹਿੰਦੇ ਨੇ ਨਹੀਂ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰ ਪ੍ਰਸਾਦੀ ਪ੍ਰਭ ਪਾਈਏ, ਗੁਰ ਬਿਨ ਮੁਕਤ ਨਾ ਹੋਏ। ਆਓ ਫਿਰ ਯਤਨ ਕਰੀਏ, ਗੁਰੂ ਤੇ ਲੜ ਲੱਗ ਕੇ ਗੁਰੂ ਦੱਸੇ ਮਾਰਗ ਦੇ ਪਾਂਧੀ ਬਣੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਪਾਤਸ਼ਾਹ ਜੀ ਕਿਰਪਾ ਕਰਨ, ਆਪ ਸਭਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ।
ਗੁਰ ਫਤਿਹ ਦੀ ਸਾਂਝ ਕਰੋ ਪਿਆਰ ਨਾਲ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।